सुनो मेरे मीता महिमा साधुआं दे संग दी। सुनो मेरे मीता महिमा साधुआं दे संग दी। साधुआं दे संग दी। सुनो मेरे मीता महिमा 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 साधुआं दे संग दी। साधुआं दे संग दी नाम भाले रंग दी। साधुआं दे संग दी नाम वाले रंग दी। नाम वाले रंग दी साधुआं दे संग दी। साधुआं दे संग दी नाम वाले रंग दी। सुनो मेरे मीता महिमा साधुआं दे संग 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 दी। नाम वाले रंग दी साधुआं दे संग दी। नाम वाले रंग दी साधुआं दे संग दी। साधुआं दे संग दी नाम वाले रंग दी। साधुआं दे संग दी नाम वाले रंग दी। सुनो मेरे मीता महिमा साधुआं दे संग 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 दी। साधुआं दे संग दी नाम वाले रंग 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 दी। सुनो मेरे मीता महिमा साधुआं दे संग 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 दी। ऊंच अपार बेअंत स्वामी कौन जाने गुण तेरे। गावते उधर है सुनते उधर है बिन से पाप कनेरे। पशु परेत मुगत का उतारे पाहिन पार उतारे। नानक दास तेरी सरनाई सदा सदा बलिहारी। सो बहुत बड़े भाग ने संगतां दे
ਜਿਨ੍ਹਾਂ ਨੂੰ ਘੋਰ ਕਲਯੁਗ ਦੇ ਵਿੱਚ ਸਤਿਗੁਰਾਂ ਦੇ ਸੋਹਣੇ ਦਰਬਾਰ ਵਿੱਚ ਹਾਜ਼ਰੀ ਭਰਨ ਦਾ ਬਹੁਤ ਸੋਹਣਾ ਸੁਭਾਗ ਸਮਾਂ ਮਿਲਿਆ ਕਰਮਾਂ ਦੇ ਨਾਲ। ਘੋਰ ਕਲਯੁਗ ਦੇ ਵਿੱਚ ਗੁਰੂ ਪੂਰਾ ਮਿਲਿਆ ਹੈ। ਪੂਰੇ ਸਾਧੂ ਮਹਾਂਪੁਰਖ ਮਿਲ ਜਾਣ ਤੇ ਜੀਵ ਦੇ ਜੀਵਨ ਦਾ ਪਲਟਾ ਆ ਜਾਂਦਾ ਹੈ। ਜਿਵੇਂ ਸਤਿਗੁਰੂ ਜੀ ਬਚਨ ਕਰਦੇ ਨੇ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਧਲੇ ਤ੍ਰੈ ਭਵਨ ਸੋਜਿਆ ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਗ ਕੇ ਸੁਨਹੁ ਮੇਰੇ ਮੀਤਾ। ਵੇਖੋ ਸਾਧੂ ਦੀ ਮਹਿਮਾ ਕੈਸੀ ਹੈ। ਗੁਰੂ ਜੀ ਬਚਨ ਕਰਦੇ ਨੇ ਕਿ ਪਿੰਗਲ ਪਰਬਤ ਪਾਰ ਪਰੇ। ਵੇਖੋ ਹੁਣ ਪਿੰਗਲੇ ਨੇ ਜਿਨ੍ਹਾਂ ਨੂੰ ਰੱਬ ਦੀ ਮਾਰ ਪਈ ਹੈ, ਉਹ ਪਰਬਤ ਨੂੰ ਕਿਵੇਂ ਪਾਰ ਕਰ ਸਕਦੇ ਨੇ? ਉਹ ਪਾਰ ਨਹੀਂ ਕਰ ਸਕਦੇ ਪਿੰਗਲੇ। ਪਰ ਹੁਣ ਇੱਥੇ ਗੁਰੂ ਮਹਾਰਾਜ ਜੀ ਬਚਨ ਕਰਦੇ ਨੇ ਕਿ ਪਿੰਗਲ ਪਰਬਤ ਪਾਰ ਪਰੇ, ਕਿ ਪਿੰਗਲੇ ਵੀ ਪਰਬਤ ਨੂੰ ਪਾਰ ਕਰਨਗੇ। ਕਿਹੜੇ ਪਿੰਗਲੇ? ਪਰ ਉਹ ਪਿੰਗਲਿਆਂ ਦਾ ਬਚਨ ਕਰਿਆ ਜਿਨ੍ਹਾਂ ਦੇ ਸਰੀਰ ਹੁੰਦਿਆਂ ਸੁਣਦਿਆਂ ਸਭ ਹੱਥ ਪੈਰ ਹੈ, ਸਭ ਕੁਛ ਵੇਖਦੇ ਨੇ, ਭਾਵ ਕਿ ਤੰਦਰੁਸਤ ਸਰੀਰ ਹੋਣ ਦੇ ਕਾਰਨ ਵੀ ਸੇਵਾ ਸਿਮਰਨ ਨਹੀਂ ਕਰਦੇ, ਬੰਦਗੀ ਨਹੀਂ ਕਰਦੇ, ਸੇਵਾ ਵੱਲ ਨਹੀਂ ਤੁਰਦੇ, ਨਿੰਦਿਆ ਚੁਗਲੀ ਦੇ ਵਿੱਚ ਲੱਗੇ ਹੋਏ ਨੇ। ਔਰ ਮਨ ਦੇ ਵਿੱਚ ਪਰਬਤ ਦੁਬਦਾ ਬਣੀ ਵੀ ਹੈ, ਪਰਬਤ ਰੂਪੀ ਦੁਬਦਾ ਹੈ ਮਨ ਦੇ ਵਿੱਚ, ਬਹੁਤ ਵੱਡੀਆਂ ਵੱਡੀਆਂ ਦੁਬਦਾ ਨੇ। ਫਿਰ ਗੁਰੂ ਜੀ ਬਚਨ ਕਰਦੇ ਨੇ ਕਿ ਪਿੰਗਲ ਪਰਬਤ ਪਾਰ ਪਰੇ। ਵੇਖੋ ਉਹ ਪਿੰਗਲੇ ਫਿਰ ਉਹ ਪਾਰ ਹੋ ਸਕਦੇ ਨੇ, ਉਹ ਪਰਬਤਾਂ ਨੂੰ, ਮਨ ਦੀਆਂ ਦੁਬਦਾਂ ਨੂੰ ਦੂਰ ਕਰ ਲੈਣਗੇ। ਉਹ ਕਦੋਂ ਕਰਨਗੇ? ਸਤਿਗੁਰੂ ਜੀ ਬਚਨ ਕਰਦੇ ਨੇ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਖੀਤਾ। ਬੁੱਧੀਵਾਨ ਮੂਰਖ ਉਹ ਵੀ ਸਿਆਣੇ ਬਣ ਜਾਣਗੇ, ਉਹ ਵੀ ਚੰਗੇ ਬਚਨਾਂ ਦੇ ਵਕਤੇ ਬਣ ਜਾਣਗੇ। ਪਰ ਕਦੋਂ ਬਣਨਗੇ? ਹੁਣ ਸਤਿਗੁਰੂ ਜੀ ਅੱਗੇ ਵੀ ਬਚਨ ਕਰਦੇ ਨੇ, ਅੰਧਲੇ ਤੈਰ ਭਵਨ ਸੂਝਿਆ। ਹੁਣ ਵੇਖੋ ਗੁਰੂ ਜੀ ਨੇ ਇੱਥੇ ਵੀ ਬਚਨ ਕਰਿਆ, ਅੰਧਲੇ ਅੱਖਾਂ ਹੈ ਹੁੰਦਿਆਂ ਸੁਣਦਿਆਂ ਵੀ ਸਤਿਗੁਰਾਂ ਦੇ ਦਰਸ਼ਨ ਨਹੀਂ ਕਰਨੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਨਹੀਂ ਮੰਨਣਾ। ਵੇਖੋ ਸਭ ਕੁਝ ਵੇਖਦਿਆਂ ਹੀ ਤਾਂ ਵੀ ਨਹੀਂ ਕਹਿਣਾ ਕਿ ਇਹ ਗੁਰੂ ਸਾਹਿਬ ਪ੍ਰਗਟ ਗੁਰਾਂ ਕੀ ਦੇਹ ਹੈ। ਸਭ ਕੁਝ ਹੁੰਦਿਆਂ ਸੁਣਦਿਆਂ ਗੁਰੂ ਜੀ ਨੇ ਉਹਨਾਂ ਨੂੰ ਅੰਧਲੇ ਕਿਹਾ, ਅੰਧਲੇ ਤੈਰ ਭਵਨ ਸੂਝਿਆ। ਉਹਨਾਂ ਨੂੰ ਵੀ ਸੋਝੀ ਆ ਜਾਊਗੀ। ਤਿੰਨ ਗੁਰੂ ਜੀ ਬਚਨ ਕਰਦੇ ਨੇ, ਅੰਧਲੇ ਤੈਰ ਭਵਨ ਸੂਝਿਆ ਗੁਰ ਭੇਟ ਪਨੀਤਾ। ਜਦੋਂ ਫਿਰ ਉਹਨਾਂ ਨੂੰ ਸੋਝੀ ਆ ਜਾਊਗੀ ਤਿੰਨ ਲੋਕਾਂ ਦੀ, ਉਹਨਾਂ ਨੂੰ ਵੀ ਸੋਝੀ ਆਵੇਗੀ। ਕਦੋਂ ਆਵੇਗੀ? ਪਰ ਗੁਰੂ ਜੀ ਕਹਿੰਦੇ ਨੇ ਕਿ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ। ਕੋਈ ਸਾਧੂ ਮਹਾਂਪੁਰਖ ਬੰਦਗੀ ਵਾਲਾ, ਨਾਮ ਜਪਣ ਵਾਲਾ ਹੋਵੇ, ਉਹਦੀ ਸੰਗਤ ਦੇ ਵਿੱਚ ਆਣ ਕੇ ਬੈਠਾ ਜਾਵੇ ਨਾ, ਬੈਠਿਆ ਜਾਵੇ, ਸੰਗਤ ਦਾ ਉਸਨੂੰ ਉਸ ਦਾ ਰੰਗ ਚੜ੍ਹ ਜਾਵੇ, ਤਾਂ ਫਿਰ ਉਸ ਨੂੰ ਤਿੰਨ ਲੋਕਾਂ ਦੀ ਸੋਝੀ ਆ ਜਾਵੇਗੀ। ਜਿਹੜਾ ਮਨ ਦੇ ਵਿੱਚ ਦੁਬਦਾ ਫੁਰਨਾ ਹੁੰਦੇ ਨੇ, ਉਹ ਵੀ ਪਰਬਤ ਨੂੰ ਫਿਰ ਪਾਰ ਕਰ ਲੈਣਗੇ। ਗੁਰੂ ਜੀ ਬਚਨ ਕਰਦੇ ਨੇ ਕਿ ਸਾਧੂ ਮਹਾਂਪੁਰਖਾਂ ਦੀ ਇਹ ਮਹਿਮਾ ਅਪਰ ਅਪਾਰ ਹੈ। ਇਹ ਮਹਿਮਾ ਹੈ ਸਾਧੂਆਂ ਦੀ, ਮਹਾਂਪੁਰਖਾਂ ਦੀ। ਕੋਈ ਹੋਵੇ, ਕੋਈ ਆਵੇ, ਬੈਠੇ, ਵੇਖੋ ਸਤਿਗੁਰੂ ਜੀ ਨੇ ਬਚਨ ਕਰਿਆ। ਗੁਰੂ ਜੀ ਬਚਨ ਕਰਦੇ ਨੇ ਕਿ ਭਾਗ ਠੜੇ ਹਰ ਸੰਤ ਤੁਮਾਰੇ।
जिन घर धन हर नामा, परवान गणी से ये आए सफल तिना के कामा। भाग ठड़े वड्डिया भागां वाले ने, केड़े भाग ठड़े हर संत तुम्हारे। जिन घर धन हर नामा, जिन्हां दे हिरदे दे विच ਉਹ ਸਾਧੂ ਮਹਾਂਪੁਰਖ ਵੱਡਿਆਂ ਭਾਗਾਂ ਵਾਲੇ ਨੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਹੈ, ਜਿਹੜੇ ਸਵਾਸ ਸਵਾਸ ਨਾਮ ਜਪਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸਈ ਨਾਨਕਾ ਪੂਰਨ ਸੋਈ ਸੰਤ। ऐसे साधु महापुरखों का संसार ते आयां दा सफला होंदा है। वो सिर्फ गुरु दे नाल ही जोड़ते ने, बस गुरु नूं ही अगे रखते ने। वो वेखो वो महापुरख वेखो, सतगुरु छेवें पातशाह गोइंदवाल साहिब विराजते ने। बहुत संगतां आउंदियां सतगुरां दे चरनां दे विच, बहुत लाहा खट के लैके जांदियां ने सतगुरां दे चरनां दे विच। गुजरात तो संगत आई सतगुरां दे चरनां दे विच, जी किरपा करो साडे ते भी उत्थे भी चरण पाओ, सतसंग दीवान सजावो, दीवान सजावो। सतगुरु छेवें पातशाह गुरु हरगोबिंद साहिब पातशाह बचन कर लगे भी साडे कोले समा बहुत घट है, असी होर इधर दुनिया नूं तारना है। साडे कोले महापुरख ने, बहुत उच्ची अवस्था है, असी उन्हां दी ड्यूटी ला दिंदे हां। संगतां ने सत बचन कहा, सत बचन कहा। छेवें पातशाह ने सतगुरां दे कोले होर भी बहुत सूरमे होंदे सन, सिख सन सतगुरां दे कोले। ते सतगुरां ने फिर जदों पारख कीती तां वेख्या सब तो अगे नितरे बाबा बिधी चंद जी। बाबा बिधी चंद बहुत वेखो आपां नूं अगे भी इतिहास दा पता कि वो घोड़े लैके आए सी ते बहुत जानी बहुत माहर योधे सन वो। पर वो बंदगी दे विच, नाम दे विच, सिमरन दे विच भी सब तो अगे सन। बाबा बिधी चंद जी बहुत अगे सन सिमरन दे विच। वेखो सतगुरां ने, सतगुरु छेवें पातशाह ने बचन कर दिता भी ये साडे महापुरख ने बाबा बिधी चंद जी, भी तुसी इन्हां नूं लै जाओ, भी ये उत्थे सतसंग दीवान सजाउणगे। देखो समा होया जिस समय संगतां गईयां, होर समय मुताबक बाबा बिधी चंद जी फिर गुरु जी दे दसी मर्यादा के अनुसार वेखो जिमें जिमें सतगुरां ने बचन करिया सी, गुरु जी का इतिहास, गुरु नानक पातशाह का, दूसरे पातशाह, पंजवें पातशाह का इतिहास ते है। बाबा बिधी चंद जी कौन सन? जदों पंजवें पातशाह के चरनां दे विच आए सन ना, आपां नूं सब नूं ही पता कि ओह जानी पहला भाव चोरियां डाके करते सन, चोरी करते सन। वेखो आपां नूं सब नूं पता। पर ऐसी अवस्था सेवा ते सिमरन दे नाल अवस्था इन्नी उच्ची बन गई ते सतगुरु छेवें पातशाह दे समय अपना जीवन ही ऐसा बन गया, उन्हां दा महापुरख बन गए वो। वेखो ते अज सतगुरां ने प्रचार करन वास्ते उन्हां नूं भेजिया। कैसा दर है, जीव दा जीवन बदल गया ना। इस करके फिर गुरु महाराज जी बचन करते हैं कि वड्डा तेरा दरबार, सच्चा तुद तखत, शिर शाह पातशाहो निहचल चौर छत। बहुत वड्डा दरबार है ये। समा होया जदों सतगुरां ने भेज दिता बाबा बिधी चंद नूं, संगतां बहुत गईयां,
ਦੀਵਾਨ ਸਜਦੇ ਨੇ, ਸਤਸੰਗ ਹੁੰਦਾ ਤੇ ਗੁਰੂ ਜੀ ਦੀ ਦੱਸੀ ਮਰਜ਼ਾਦਾ ਅਨੁਸਾਰ ਕੋਈ ਦੁੱਖ ਤਕਲੀਫ ਬਿਮਾਰੀ ਵਾਲੇ ਵੀ ਆਉਂਦੇ ਨੇ ਤੇ ਬਾਬਾ ਬਿਧੀ ਚੰਦ ਜੀ ਜੋ ਹੁਕਮ ਸੀ ਉਵੇਂ ਸਿਮਰਨ ਪਾਠ ਦਿੰਦੇ ਸੀ ਤੇ ਬਚਨ ਕਰਦੇ ਸੀ। ਉਹ ਦੁਖੀਆਂ ਨੂੰ ਵੀ ਆਰਾਮ ਆਉਣ ਲੱਗਿਆ, ਦੁੱਖ ਕੱਟੇ ਗਏ। ਉੱਥੇ ਉਹਦੇ ਆਸੇ ਪਾਸੇ ਇਲਾਕੇ ਦੇ ਵਿੱਚ ਬਹੁਤ ਚਰਚਾ ਹੋਣ ਲੱਗੀ, ਬਹੁਤ ਜ਼ਿਆਦਾ। ਕੀ ਚਰਚਾ ਹੋਈ ਵੀ ਗੁਰੂ ਦਾ ਸਿੱਖ ਹੈ। ਵੇਖੋ ਸਤਿਗੁਰ ਛੇਵੇਂ ਪਾਤਸ਼ਾਹ ਦਾ ਕਹਿੰਦੇ ਸਿੱਖ ਆਇਆ ਵਾ ਹੈ, ਸਿੱਖ ਆਇਆ ਵੀ ਜੋ ਉਹ ਬਚਨ ਕਰਦਾ ਹੈ ਉਹ ਪੂਰਾ ਹੋ ਜਾਂਦਾ ਹੈ, ਪੂਰਾ ਹੁੰਦਾ। ਬਹੁਤ ਹੋਰ ਇਕੱਠ ਹੋਣ ਲੱਗਿਆ। ਹੋਰ ਆਸੇ ਪਾਸੇ ਦੇ ਕੋਈ ਸਾਧੂ ਬੈਠੇ ਹੁੰਦੇ ਸਨ, ਕੋਈ ਜੋਗੀ ਨਾਥ ਸੀ, ਸਭ ਦੇ ਕੋਲੋਂ ਜਾਣੋਂ ਹਟ ਗਏ ਲੋਕ। ਇੱਧਰ ਫਿਰ ਇਕੱਠ ਹੋਣ ਲੱਗਿਆ, ਪੰਡਾਲ ਹੋਰ ਭਰਨ ਲੱਗਿਆ। ਬੜੀ ਖੁਸ਼ੀ, ਸਤਿਗੁਰਾਂ ਦੀ ਕਿਰਪਾ ਵਰਤ ਰਹੀ। ਵੇਖੋ ਨਾਮ ਦਾ ਪ੍ਰਤਾਪ, ਸੇਵਾ ਦਾ ਪ੍ਰਤਾਪ, ਪ੍ਰਤਾਪ ਵੇਖੋ। ਸਮਾਂ ਹੋਇਆ ਉਧਰ ਸੁੰਦਰ ਸ਼ਾਹ ਫਕੀਰ ਸੀ, ਬਹੁਤ ਨਾਮ ਸੀ ਉੱਥੇ ਉਸ ਟਾਈਮ ਉਸ ਦਾ, ਬਹੁਤ ਜ਼ਿਆਦਾ। ਤੇ ਉਧਰੋਂ ਵੀ ਸੰਗਤ ਜਾਣੀ ਉਹਦੇ ਵੱਲੋਂ ਘਟ ਗਈ। ਸੁੰਦਰ ਸ਼ਾਹ ਫਕੀਰ ਸੀ, ਉਹਦੇ ਕੋਲੇ ਵੀ ਨਹੀਂ ਜਾਂਦੀ ਸੰਗਤ। ਤੇ ਜਦੋਂ 2 3 4 ਦਿਨ ਲੰਘੇ ਨਾ ਤੇ ਆਪਣੇ ਮਰੀਦਾਂ ਨੂੰ ਪੁੱਛਣ ਲੱਗਿਆ, ਸਾਥੀਆਂ ਨੂੰ, ਵੀ ਹੁਣ ਇਕੱਠ ਘੱਟ ਹੁੰਦਾ, ਵੀ ਕਿਉਂ ਨਹੀਂ ਆਉਂਦੀ ਸੰਗਤ, ਕਿਉਂ ਨਹੀਂ ਇਕੱਠ ਹੋ ਰਿਹਾ, ਪੰਡਾਲ ਘੱਟ ਭਰ ਰਿਹਾ। ਸੁੰਦਰ ਸਾਹਿਬ ਫਕੀਰ ਕਹਿਣ ਲੱਗਿਆ, ਉਹਨਾਂ ਨੇ ਦੱਸਿਆ ਵੀ ਇੱਥੇ ਸਤਿਗੁਰੂ ਛੇਵੇਂ ਪਾਤਸ਼ਾਹ ਦਾ ਕੋਈ ਸਿੱਖ ਹੈ, ਵੀ ਉਹ ਆਇਆ ਵਾ ਹੈ, ਵੀ ਉਸ ਦੇ ਕੋਲੇ ਹੁਣ ਸੰਗਤ ਸਾਰੀ ਜਾਂਦੀ ਹੈ। ਜਾਨੀ ਆਪਣੀ ਜਿਹੜੀ ਵਿਚਾਰ ਹੈ ਨਾ ਕਿ ਸਾਧੂ ਮਹਾਂਪੁਰਖ ਸਤਿਗੁਰਾਂ ਦੇ ਸਾਜੇ ਨਿਵਾਜੇ ਵੇਖੋ ਕਿਵੇਂ ਦੁਨੀਆ ਨੂੰ ਤਾਰਦੇ। ਉਹਨਾਂ ਨੇ ਦੱਸਿਆ ਜੀ ਬੜੀ ਕਰਨੀ ਵਾਲੇ ਨੇ ਉਹ ਬਾਬਾ ਬਿਧੀ ਚੰਦ ਜੀ, ਵੀ ਜਿਹੜਾ ਇੱਕ ਵਾਰੀ ਬੇਨਤੀ ਕਰਦਾ ਭਗਤ ਦਾ ਤਾਂ ਫਿਰ ਬਚਨ ਬਿਲਾਸ ਹੁੰਦੇ ਨੇ, ਫਿਰ ਉਹ ਉੱਥੇ ਹੀ ਜਾਣ ਲੱਗ ਜਾਂਦਾ, ਬਸ ਉਹ ਗੁਰੂ ਨੂੰ ਮੰਨਣ ਲੱਗ ਜਾਂਦਾ। ਬਹੁਤ ਗੁਰੂ ਦੇ ਸਿੱਖ ਬਣ ਗਏ। ਮਨ ਦੇ ਵਿੱਚ ਬੜਾ ਹੋਇਆ ਉਹਨਾਂ ਦੇ, ਸੁੰਦਰ ਸ਼ਾਹ ਫਕੀਰ ਦੇ, ਵੀ ਮੈਂ ਵੀ ਬਹੁਤ ਵੱਡਾ ਹਾਂ, ਮੇਰੀ ਵੀ ਕਮਾਈ ਬਹੁਤ ਬੰਦਗੀ ਹੈ, ਮੈਨੂੰ ਇੰਨਾ ਸਮਾਂ ਹੋ ਗਿਆ, ਸਮਾਂ ਹੋ ਗਿਆ, ਅੱਜ ਤੱਕ ਮੂਹਰੇ ਕੋਈ ਆਇਆ ਹੀ ਨਹੀਂ ਮੇਰੇ। ਉਹਨਾਂ ਕੋਲੇ ਸ਼ੇਰ ਹੁੰਦਾ ਸੀ, ਸ਼ੇਰ, ਸ਼ੇਰ ਦੀ ਸਵਾਰੀ ਕਰਦੇ ਸੀ ਉਹ, ਸ਼ੇਰ ਦੀ ਸਵਾਰੀ। ਮੱਝਾਂ ਸੀ, ਬੱਕਰੀਆਂ, ਉਹ ਸ਼ੇਰ ਚਾਰਨ ਵਾਸਤੇ ਲੈ ਕੇ ਜਾਂਦਾ ਸੀ। ਯਾਨੀ ਉਹ ਵੀ ਬਹੁਤ ਕਰਾਮਾਤੀ ਸਨ। ਹੁਣ ਸ਼ੇਰ ਵੇਖੋ ਉਹਨਾਂ ਦੇ ਵੱਸ ਵਿੱਚ ਸੀ, ਸ਼ੇਰ 'ਤੇ ਬੈਠ ਕੇ ਸਵਾਰੀ ਕਰਕੇ ਹੀ ਜਾਂਦੇ ਸੀ, ਕਿਤੇ ਵੀ ਜਾਂਦੇ ਸੀ ਸ਼ੇਰ 'ਤੇ। ਉਹਨਾਂ ਨੇ ਮਨ ਵਿੱਚ ਸੋਚਿਆ ਵੀ ਮੇਰੇ ਕੋਲੇ ਤਾਂ ਸ਼ੇਰ ਹੈ, ਹੋਰ ਵੀ ਕਰਾਮਾਤਾਂ ਨੇ, ਵੀ ਚਲੋ ਆਪਾਂ ਚੱਲਦੇ ਹਾਂ, ਵੇਖਦੇ ਹਾਂ ਕੀ ਹੈ ਉਸ ਦੇ ਕੋਲੇ, ਕੀ ਹੋਵੇਗਾ, ਵੇਖਦੇ ਹਾਂ। ਸ਼ੇਰ ਹੈ, ਸ਼ੇਰ ਜਾਵੇਗਾ ਤੇ ਆਪਣੇ ਆਪ ਡਰ ਜਾਣਗੇ, ਜੇ ਨਹੀਂ ਡਰਨਗੇ ਤਾਂ ਮੇਰੇ ਕੋਲੇ ਕਰਾਮਾਤ ਹੈ ਤੇ ਮੈਂ ਫਿਰ ਆਪਣੀਆਂ ਕਰਾਮਾਤਾਂ ਨਾਲ ਉਹਨਾਂ ਨੂੰ ਮੱਥਾ ਟਿਕਾ ਲਵਾਂਗਾ। ਪਰ ਆਏ ਨਹੀਂ ਪਤਾ ਇੱਧਰ ਸਤਿਗੁਰੂ ਛੇਵੇਂ ਪਾਤਸ਼ਾਹ, ਛੇਵੇਂ ਗੁਰੂ ਨਾਨਕ ਦੀ ਬਖਸ਼ਿਸ਼ ਹੈ, ਆਏ ਨਹੀਂ ਸੀ ਪਤਾ ਉਸ ਨੂੰ। ਸਮਾਂ ਹੋਇਆ, ਫਿਰ ਜਦੋਂ ਆਏ ਸੁੰਦਰ ਸ਼ਾਹ ਫਕੀਰ ਆਇਆ ਨਾ, ਸ਼ੇਰ 'ਤੇ ਬੈਠ ਕੇ ਬਾਬਾ ਬਿਧੀ ਚੰਦ ਜੀ ਬੈਠੇ। ਜਦੋਂ ਆਏ ਤੇ ਆਪ ਪਿੱਛੇ ਰੁਕ ਗਏ ਤੇ ਸ਼ੇਰ ਨੂੰ ਅੱਗੇ ਭੇਜ ਦਿੱਤਾ। ਤੇ ਜਦੋਂ ਸ਼ੇਰ ਆਇਆ ਨਾ, ਸ਼ੇਰ ਜਦੋਂ ਆਇਆ, ਬਾਬਾ ਬਿਧੀ ਚੰਦ ਦੀ ਅੰਮ੍ਰਿਤ ਭਰੀ ਦ੍ਰਿਸ਼ਟੀ ਜਦੋਂ ਪਈ, ਆਣ ਕੇ ਬਾਬਾ ਬਿਧੀ ਚੰਦ ਜੀ ਦੇ ਚਰਨ ਚੱਟਣ ਲੱਗ ਗਿਆ, ਚਰਨਾਂ 'ਤੇ ਮੱਥਾ ਵੀ ਟੇਕਿਆ। ਜਦੋਂ ਚਰਨ ਚੱਟਣ ਲੱਗ ਗਿਆ ਤੇ ਬੜੇ ਹੈਰਾਨ ਹੋਏ ਸੁੰਦਰ ਸ਼ਾਹ ਫਕੀਰ, ਵੀ ਮੇਰਾ ਸ਼ੇਰ, ਵੀ ਇਹਨਾਂ ਮੂਹਰੇ ਸਿਰ ਨਵਾਈ ਖੜਾ,
इन्हां दे पैरां नूं चट रहा भी हाँ ये भी कोई करामाती होणगे। उसने अपने मंत्र दे नाल शेर नूं कुछ कहना चाहिया, पर इधर धन बाबा बिधि चंद जी की अमृत भरी जो दृष्टि पई ना, शेर जिमें सी खड़ा उमें खड़ा रहा, भाव के पत्थर की मंगों खड़ गया। हो खड़ गया, हिलिया ना, जिमें पत्थर की मूर्ति उमें ही खड़ गया, रुक गया उत्थे, हिलिया ना। उन्होंने बड़ी कोशिश की अपनिया करामातां दे नाल, वो अगे भी आए। सुंदर शाह फकीर जो आन के शेर दे उपर बहुत करामातां कीतियां ना, उन्होंने बड़े यतन किए बहुत ज़्यादा, पर शेर हिलिया ना, उतों हिल ही नहीं सकिया, शेर हिले ही ना। बड़े हैरान होए। वेखो फिर अपने आप ही आन के उन्होंने फिर बाबा बिधि चंद जी के चरणों ते मत्था टेक दिता, मत्था टेक दिता, झुकना पिया। सुंदर शाह फकीर नूं वेखो चरणों ते झुके, आन के जो कोले बैठे निमरता दे नाल बचन विलास करे, कहन लगे जी हुण किरपा करो शेर ते भी, शेर नूं भी छड़ाओ, शेर ते किरपा करो। उस टाइम फिर बाबा बिधि चंद जी दे कोले जल सी, जल दा छट्टा दिता शेर दे उपर ते नाल वाहिगुरू 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 कहा। जो वाहिगुरू वाहिगुरू शब्द किया ना, शेर उस टाइम ही थले डिग पिया। उस टाइम उसने जो प्राण त्यागे तो उस दे विचों रूह निकली, रूह बहुत सुंदर चेहरा, रूह निकली, मनुख जामा रूह निकली, ते हाथ जोड़े ते बाबा बिधि चंद जी नूं मत्था टेक के कहन लगे जी आप जी दे दर्शन करके मेरे कर्म खुल गए, मेरे भाग खुल गए। रूह ने कहा, ये सुंदर शाह फकीर बैठा कोले वेखदा, रूह खड़ गई उथे। सुंदर शाह फकीर फिर कहन लगा जी ये कौन है? बाबा बिधि चंद जी कहन लगे तुसी तुहाडा शेर है, तुहानू पता नहीं कौन है, तुसी पुछ लो, इसनू पुछ लो, तुहाडा शेर है, तुसी पुछो। उस टाइम फिर बाबा सुंदर शाह फकीर ने पूछया, कहन लगा शेर जी तुसी कौन होए, तुहाडी ऐसी आत्मा, तुहाडी ऐसी रूह सुंदर, तुसी कौन हो? फिर उन्होंने दस्या, वो कहन लगा भी पिछले तो पिछले जन्म दे विच मैं गंधारवां दा बादशाह सी, गंधारवां दा बादशाह सी मैं। साडी सभा लगी हुई सी, सभा सजी सी, सभा दे विच वशिष्ठ जी आए, वशिष्ठ जी आए ते मैं उठ के उन्होंने प्रणाम ना किया, सजदा दा मत्था ना टेकिया, मैं उन्हों दे वल वेखदा रहा ते उन्हों दे मन नूं होया भी ये सानू घूर रहा, भी अखां कढ़ रहा, वशिष्ठ जी नूं होया। उस टाइम फिर उन्होंने मैनू सराफ दे दिता, सराफ दे दिता। वशिष्ठ जी ने कहा भी साडे वल इउं वेख रहा, अखां कढ़ के जिवें शेर वेखदा, जां असीं तैनूं सराफ दिन्ने आ, तैनूं एक जूनी हुण शेर दी भुगतनी पवेगी, शेर दी जूनी भुगतनी पवेगी। उदों मैं डरिया, मैं आख्या भी मैं तो कोई घूर के वेख्या नहीं, मैं तो ऊँ आप जी नूं वेख रहा सी, तक रहा सी भी हुण तुसीं मैनूं सराफ दे दिता, भी मैनू पता है भी मैं शेर दी जून दे विच पाऊँगा तो सही, पर मेरा धार किमें होवेगा? फिर वशिष्ठ जी ने दस्या, कहन लगे भी कलयुग दे विच गुरु नानक अवतार आउणगे, कलयुग दे विच युग दे विच गुरु नानक अवतार आउणगे, गां उन्हां दे फिर गद्दी दे उपर छेवें जामे दे विच, छेवें जामे विच हरगोबिंद साहिब पातशाह होणगे, गां उन्हां दा सिख होवेगा, सिख होवेगा, उही आन के फिर तेरा धार करेगा, सराफ तो तेनू उही मुक्त करावेगा। वेखो
ਉਹ ਮੁਕਤ ਕਰਾਵੇਗਾ। ਕਹਿਣ ਲੱਗਿਆ ਹੁਣ ਮੈਨੂੰ ਉਹ ਸਮਾਂ ਟਾਈਮ ਮਿਲਿਆ, ਮੈਂ ਆਪਣੀ ਮੁਕਤੀ ਭਾਲਦਾ ਸੀ ਬਹੁਤ ਸਮੇਂ ਤੋਂ, ਪਰ ਜਦੋਂ ਚਰਨ ਆਣ ਕੇ ਮੈਂ ਚੱਟਿਆ ਤੇ ਮੇਰੇ ਸਾਰੇ ਪਿਛਲੇ ਗੁਨਾਹ ਕੀਤੇ ਸਭ ਖਤਮ ਹੋ ਗਏ ਵੀ ਹੁਣ ਮੈਂ ਦਰਗਾਹ ਨੂੰ ਮੈਂ ਚੱਲਿਆ ਹਾਂ। ਵੇਖੋ ਉਹ ਰੂਹ ਕਿਸ ਨੇ? ਬਾਬਾ ਬਿਧੀ ਚੰਦ ਜੀ। ਵੇਖੋ ਪਹਿਲਾਂ ਕੌਣ ਸਨ, ਕਿੱਥੇ ਸਨ ਉਹ? ਵੇਖੋ ਪੰਜਵੇਂ ਪਾਤਸ਼ਾਹ ਜਦੋਂ ਹਜੇ ਦਰਸ਼ਨ ਨਹੀਂ ਸੀ ਹੋਏ, ਕੌਣ ਸਨ? ਮੱਝਾਂ ਚਾਰ ਚੋਰ ਸਨ। ਵੇਖੋ ਕੈਸਾ ਜੀਵਨ ਸੀ ਪਹਿਲਾਂ। ਗੁਰੂ ਦੇ ਲੜ ਲੱਗਿਆ, ਗੁਰੂ ਦੀ ਸੰਗਤ ਕਰਿਆ, ਗੁਰੂ ਦੇ ਬਚਨਾਂ ਤੇ ਚੱਲਦਿਆਂ ਤੇ ਕਿੱਥੋਂ ਕੈਸਾ ਜੀਵਨ ਪਲਟਿਆ। ਵੇਖੋ ਬਾਬਾ ਬਿਧੀ ਚੰਦ ਜੀ। ਵੇਖੋ ਕੈਸੇ ਸੂਰਮੇ ਵੀ ਹੋਏ ਉਹ ਬਾਬਾ ਬਿਧੀ ਚੰਦ ਜੀ, ਤੇ ਨਾਮ ਬੰਦਗੀ ਦੇ ਵਿੱਚ ਵੀ ਸਭ ਤੋਂ ਉਹ ਅੱਗੇ ਹੋਏ। ਫਿਰ ਵੇਖੋ ਐਸੀ ਕਰਨੀ ਵਾਲੇ ਹੋਏ। ਬੜਾ ਪ੍ਰੇਮ ਪਿਆ ਫਿਰ ਸੁੰਦਰ ਸ਼ਾਹ ਫਕੀਰ ਦੇ ਨਾਲ ਬਾਬਾ ਬਿਧੀ ਚੰਦ ਜੀ ਦਾ, ਬਹੁਤ ਪ੍ਰੇਮ ਹੋਇਆ ਫਿਰ, ਬਹੁਤ ਜ਼ਿਆਦਾ। ਫਿਰ ਆਉਂਦੇ ਰਹੇ, ਸਤਿਗੁਰਾਂ ਦੇ ਕੋਲੇ ਵੀ ਆਏ, ਸੁੰਦਰ ਸ਼ਾਹ ਫਕੀਰ ਵੀ ਆਇਆ, ਚਰਨਾਂ 'ਚ ਮੱਥਾ ਵੀ ਟੇਕਿਆ, ਸਤਿਗੁਰਾਂ ਦੇ ਵੀ ਲੜ ਲੱਗੇ। ਸੁੰਦਰ ਸ਼ਾਹ ਫਕੀਰ ਵੇਖੋ ਬਾਬਾ ਬੁੱਢਣ ਸ਼ਾਹ ਹੋਏ ਨੇ, ਉਹਨਾਂ ਦੇ ਚੇਲੇ ਸਨ ਸੁੰਦਰ ਸ਼ਾਹ ਫਕੀਰ। ਜਦੋਂ ਸਤਿਗੁਰਾਂ ਦੇ ਕੋਲੇ ਫਿਰ ਆਉਂਦੇ ਰਹੇ, ਫਿਰ ਪਰਨ ਕਰ ਲਿਆ ਸੀ ਬਾਬਾ ਬਿਧੀ ਚੰਦ ਜੀ ਨੇ, ਤੇ ਸੁੰਦਰ ਸ਼ਾਹ ਫਕੀਰ ਦਾ ਬਹੁਤ ਜ਼ਿਆਦਾ ਪ੍ਰੇਮ ਵੱਧ ਗਿਆ ਸੀ। ਉਹਨਾਂ ਨੇ ਪਰਨ ਕਰ ਲਿਆ ਸੀ ਵੀ ਜਦੋਂ ਇਸ ਮਾਤ ਲੋਕ ਤੋਂ ਜਾਵਾਂਗੇ ਤੇ ਆਪਾਂ ਇਕੱਠਿਆਂ ਨੇ ਹੀ ਸਰੀਰ ਛੱਡਣਾ, ਇਕੱਠਿਆਂ ਨੇ ਹੀ ਸਰੀਰ ਛੱਡਾਂਗੇ ਆਪਾਂ। ਪਰਨ ਕਰ ਲਿਆ ਸੀ ਉਹਨਾਂ ਨੇ ਫਿਰ ਉਸ ਟਾਈਮ, ਤੇ ਹੋਇਆ ਵੀ ਫਿਰ ਇਸੇ ਤਰ੍ਹਾਂ ਬਾਬਾ ਬਿਧੀ ਚੰਦ ਜੀ ਜਦੋਂ ਸਮਾਂ ਆ ਚੱਲਿਆ ਸੀ ਨੇੜੇ ਅੰਤ ਸਮਾਂ, ਤੇ ਇੱਥੇ ਫਿਰ ਉਹਨਾਂ ਦੇ ਪੁੱਤਰ ਸਨ, ਉਹਨਾਂ ਨੂੰ ਫਿਰ ਇੱਥੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਿਠਾ ਗਏ ਤੇ ਆਪ ਆਗਿਆ ਲੈ ਕੇ ਫਿਰ ਸੁੰਦਰ ਸ਼ਾਹ ਫਕੀਰ ਦੇ ਕੋਲੇ ਚਲੇ ਗਏ। ਬਸ ਥੋੜ੍ਹੇ ਸਮੇਂ ਦੇ ਵਿੱਚ ਹੀ ਫਿਰ ਉਹਨਾਂ ਨੇ ਇਕੱਠਿਆਂ ਨੇ ਹੀ ਫਿਰ ਵੇਖੋ ਪ੍ਰਾਣ ਤਿਆਗੇ, ਸਰੀਰ ਛੱਡਿਆ ਬਾਬਾ ਬਿਧੀ ਚੰਦ ਜੀ ਨੇ। ਦੇਖੋ ਜਾਣੀ ਭਾਵ ਸਾਧੂ ਮਹਾਂਪੁਰਖ ਆਉਂਦੇ ਨੇ ਸੰਸਾਰ 'ਤੇ। ਗੁਰੂ ਤਾਂ ਆਏ, 10 ਪਾਤਸ਼ਾਹੀਆਂ ਹੈ ਗੁਰੂ, ਗਰੀਬ ਨਿਵਾਜ ਹੈ, ਪਰ ਗਾਂ ਬੰਦਗੀ ਕਰਨ ਵਾਲੇ ਵੇਖੋ, ਬੰਦਗੀ ਕਰਨ ਵਾਲੇ ਕੈਸੀ ਕਰਨੀ ਵੇਖੋ। ਜਿਨ੍ਹਾਂ ਨੇ ਨਾਮ ਜਪਿਆ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਉਹਨਾਂ ਦੀਆਂ ਜੈ ਜੈਕਾਰਾਂ ਹੁੰਦੀਆਂ ਨੇ। ਵੇਖੋ ਉਹਨਾਂ ਦੇ ਮੱਤ ਟਕਸਾਲ ਚੱਲ ਪੈਂਦੀ, ਵੰਸ ਚੱਲ ਪੈਂਦੀ, ਬਾਬਾ ਬਿਧੀ ਚੰਦ ਜੀ ਦੀ ਚੱਲਦੀ। ਵੇਖੋ ਹੁਣ ਮੱਤ ਚੱਲ ਪੈਂਦਾ ਉਹਨਾਂ ਦਾ, ਟਕਸਾਲ ਚੱਲ ਪੈਂਦੀ। ਧੰਨ ਧੰਨ ਬਾਬਾ ਨੰਦ ਸਿੰਘ ਜੀ ਨੇ ਵੇਖੋ ਮੰਨਿਆ, ਕੀ ਮੰਨਿਆ? ਪਹਿਰਾ ਦਿੱਤਾ। ਕਿਸ ਦੇ ਪਹਿਰਾ ਦਿੱਤਾ? ਗੁਰੂ ਕਲਗੀਧਰ ਪਾਤਸ਼ਾਹ ਦਾ ਜੋ ਵਚਨ ਸੀ ਨਾ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਬਾਬਾ ਜੀ ਨੇ ਇਸ ਵਚਨ ਤੇ ਹੀ ਪਹਿਰਾ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਕਿਵੇਂ ਹੈ? ਪ੍ਰਗਟ ਗੁਰਾਂ ਕੀ ਦੇਹ, ਦੇਹ ਜਾਣ ਕੇ ਮੰਨਣਾ। ਕਿਉਂ ਬਾਬਾ ਜੀ ਨੇ ਆਪ ਕਮਾਈ ਕਰੀ ਨਾ, ਬਾਬਾ ਨੰਦ ਸਿੰਘ ਜੀ ਨੇ ਆਪ। ਵੇਖੋ ਹੁਣ ਤਾਂ ਬਹੁਤ ਐਸੇ ਉੱਠੇ ਨੇ ਜਿਹੜੇ ਕਹਿੰਦੇ ਨੇ ਵੀ ਗਿਆਨ ਹੈ, ਗਿਆਨ ਕਰ ਲਓ, ਗਿਆਨ ਲੈ ਲਓ, ਗਿਆਨ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿਣਗੇ। ਵੇਖੋ ਪਰ ਕਮਾਈ ਕੋਈ ਨਹੀਂ ਉਹਨਾਂ ਦੀ। 2-4 ਅੱਖਰ ਕਿਤਾਬਾਂ ਪੜ੍ਹੀਆਂ ਤੇ ਉੱਠੇ ਤੇ ਬਸ ਐਸਾ ਕਹਿਣ ਲੱਗ ਗਏ। ਕੋਈ ਸੰਗਤ ਨਹੀਂ, ਕੋਈ ਰੰਗ ਨਹੀਂ, ਕਿਸੇ ਟਕਸਾਲ ਵਿੱਚ ਨਹੀਂ ਪੜ੍ਹੇ, ਕਿਸੇ ਸਾਧੂ ਮਹਾਂਪੁਰਖ ਦੀ ਸੰਗਤ ਕੀਤੀ, ਰੰਗ ਚੜ੍ਹਦਾ ਹੋਵੇ। ਹੁਣ ਬਾਬਾ ਨੰਦ ਸਿੰਘ ਜੀ ਨੇ, ਬਾਬਾ ਜੀ ਨੇ 4 ਸਾਲ ਆਪ 1902 ਤੋਂ ਲੈ ਕੇ 1905 ਤੱਕ ਆਪ ਬਾਬਾ ਜੀ ਨੇ ਕਮਾਈ ਕੀਤੀ। ਕਿਹੜੀ? ਬਾਬਾ ਜੀ ਨੇ ਹਜੂਰ ਸਾਹਿਬ, ਸ੍ਰੀ ਤਖਤ ਸਾਹਿਬ, ਉੱਥੇ ਬਾਬਾ ਨੰਦ ਸਿੰਘ ਜੀ ਨੇ ਆਪ ਗਾਗਰ ਸਾਹਿਬ ਦੀ ਸੇਵਾ ਕਰੀ, ਆਪ ਇਸ਼ਨਾਨ ਕਰਵਾਉਂਦੇ ਰਹੇ ਗੁਰੂ ਕਲਗੀਧਰ ਪਾਤਸ਼ਾਹ।
कमाई करी ऐसी बाबा जी ने, देखो पहला कमाई कीती। इन्हां दी किहड़ी कमाई है? कोई कमाई नहीं इन्हां दी। वेख लो पिछा वेखो इन्हां दा, पिछला जीवन वेखो इन्हां दा। जिहड़े कहंदे ने कोई नहीं, बस 2-4 किताबां पढ़ियां ते उठे ते बैठे बोले, बस इन्ना की है इन्हां दा, कोई जीवन नहीं इन्हां दा। पर पहला कमाई करनी पवेगी। पहला कमाई करनी पवेगी। करनी दे नाल है। बाबा नंद सिंह जी ने हजूर साहब गागर साहब की सेवा करी। आप 4 साल सेवा करी। वेखो सेवा करी। जदों चौथा साल सी ना, माघ दा महीना मीह पै रहा ते लिया के बाबा नंद सिंह जी ने 12 सवा 12 तो उत्ते समा हो गया सी ते लिया के गागरा रखिया श्री तख्त साहब दे कोले, जिथे इशनान हुण भी आपां जाने। संगत बहुत दर्शन करदी आ। गागर साहब की हुण भी सेवा चलती है। वो पुरातन उवें उस टाइम तो उवें लिया के बाबा जी ने लिया के रखियां गागरां। जदों रखी तो तख्त साहब दे विचों आवाज़ आई कि सिखा ये जल साडे इशनान करन वाला नहीं, ये जल भ्रष्टिया वा है। बचन होया। बाबा जी ने अंदर फौरना बनाया, बेनती करी भी अगे भी गदावरी तो लियाने हाँ जल, तो हुण भी उत्थों ही लियांदा है। आवाज़ आई, सिखा तेरा मुसलमाना दे नाल पल्ला छू गया, ये जल भ्रष्ट गया, साडे इशनान वाला नहीं है। बेनती करी सतगुर सच्चे पातशाह। नवी गणी खां भी मुसलमान ही सी। आवाज़ आई, सिखा ये जेडे मुसलमाना नाल तेरा पल्ला छू है ना, इन्हां दी चैलम पीती हुई सी, नशा कीता वा सी। समा है नहीं इन्ना, हुण तेरी सेवा सफल होने वाली है, समा थोड़ा है। साडा इशनान दा समा लंघ रहा है। इतिहास दे विच आउंदा कि करीबन 10-5 मिनट ही रह गए सन, 5-10 मिनट रह गए सन। हुण बाट काफ़ी बन जाती। बाबा निधान सिंह जी दे कोल दी लंघना, उत्थों दी गागर भर के लैके आउणी। हुण तां फिर इन्हां ने भाव जल वाला वो कमरा बन गया ना, लियाउंदे ने उत्थों। पहलां सीधा गदावरी चों ही लियाउंदे सन। हुण भी जल तां उत्थों ही है, पर साफ जल है। अगे भी सी, अगे जल चलदा सी। बाबा नंद सिंह जी मौके सामने सीधा ही लियाउंदे सी, सचखंड सीधा हुंदा सी, उत्थों ही सीधा भर के लियाउंदे। मीह पैंदा, बाबा जी ने वेख्या इशनान करिए, चोला बदलीए, दस्तार बदलीए, अपने वस्त्र बदलने नूं टाइम लग जाएगा, गागर भी भरनी है, समा थोड़ा है, की करिए। बाबा जी ने इस तरह ही सिर ते गागर रख के ते जाके सने आप ही इशनान करिया। चुब्बी मार के ही उस तरह ही गागर भर लई। चोला सारा नुचड़दा जल पानी उवें इशनान कर लिया। उवें ही भर के बहुत छेती फुर्ती दे नाल बाबा नंद सिंह जी ने समय तो पहला बस 1-2 मिनट रह गए सन, उदों ही लिया के अंदर गागर रख दी, सतनाम दा वाजा दिता। आवाज़ा दिता, कवाड़ खोल के अंदर जदों गागर रखी। इतिहास विच बाबा जी दा वचन आउंदा ते जदों गागर रखी ते मत्था टेकिया, वाहिगुरू जी का खालसा वाहिगुरू जी की फतेह बुलाई। उसे टाइम अंदर साख गुरु कलगीधर पातशाह सतगुरु बैठे अंदर। कलगीधर पातशाह बड़े खुश, कहन लगे सिखा अगे थड़े साहिब का इशनान कराने, अज असीं आप बैठे हाँ, लै साडे शरीर का इशनान करवा ला। किते मन विच फौरना ना रह जावे भी इन्ने समय दी मैं सेवा करदा सी। इशनान फिर करवाया, सेवा बाबा जी ने वेखो। फिर उदों फिर गुरु कलगीधर पातशाह ने फिर बार वचन दे के उतों कीता कि सिखा जाओ तुसी पंजाब दे विच जाके, बहुत औड़ लगी भी है सिक्खी दी, प्रचार दी, कोई नहीं मनदा गुरु ग्रंथ साहिब जी नूं गुरु। अलमारियां विच रखे हुए ने, मिट्टी घट्टा उवें पैंदा उवें पिया वा है। जाओ जाके तुसी सिक्खी दा प्रचार करो। वेखो कमाई करी ना,
और भजन हो गया ना गुरु कलगीधर पातशाह दा सतगुरां दा मोहरां लग गईयां, मोहरां लग गईयां। सतगुरु फिर भजन करके ते बाबा नानक सिंह जी जदों फिर आए इत्थे पंजाब दे विच, आपां नूं सब नूं पता, बाबा जी ने आण के फिर बाबा बधावा सिंह जी दे कोले भी गए, फिर इधर दी चरण पाउंदे आउंदे होए ते फिर बधने भी चरण पाए बाबा नानक सिंह जी। फिर उदों बाद लोपो भी गए, लोपो तो बाद हौली हौली फिर बाबा नानक सिंह जी, फिर ये नानकसर, फिर ये बाद विच ठाठ सुंदरे बनिया। फिर इत्थे स्थान बनाया बाबा जी ने, नानकसर फिर बनाया स्थान। तो हुण वेखो किन्नी किरपा बख्शिश वरत रही है बाबा जी दी, किन्नियां मेहरां हो रही, बख्शिशां वरत रही ने। वेखो किन्नी किरपा हो रही, किन्ना इकट्ठ होंदा। क्यों? क्योंकि बचन हो गए ना गुरु कलगीधर पातशाह दे मोहरां लग गईयां भी जदों भी याद करोगे असीं तुहाडे कोले अंग संग होवांगे, जिवें भी अंदर फुरना बनेगा उवें ही सिक्खा पूरा होवेगा। हुण वेखो पूर्णमाशी नूं किन्ना समा हो गया, पूर्णमाशी लगदी बहुत लंबा समा हो गया, करीबन 100 साल तो उत्ते हो गया नानकसर अस्थान बने नूं। फिर भी उवें इकट्ठ बाबा नानक सिंह जी समय पूर्णमाशी लगती सी, धन बाबा ईश्वर सिंह जी मौके लगती सी, ते हुण भी जाके बारांदरी दे अगे खड़ के अरदासां बेनतियां करते हैं। हुण भी झोलियां भरियां जांदियां ने। वेखो भाव जिहड़ी विचार सी कि साधु महापुरख संसार ते आउंदे ने, जीव दा जीवन बदलण वास्ते आउंदे ने। वेखो जीव नूं टुट्टी होईयां आत्मा नूं गुरु दे नाल जोड़न वास्ते आउंदे ने, पर होवे साधु पूरा, पूरा साधु होवे। साधु संग भया मन उदम, नाम रतन जस गाए। साधु होवे नाम जपण वाला, आप जपदा होवे ते नाम फिर दूसरे नूं भी नाम जपण ला दिंदा। नहीं तो बहुत ने संसार में साधु, कोई किसी नूं जीव नूं किहड़े पासे लै जांदा, कोई किधरले पासे ला दिंदा, कोई वेखो ऐसे भी ने कोई नशा वाले पासे भी ला दिंदे ने। वेखो पर भगत कबीर जी ने बहुत सोहना दस दिता, उन्होंने सिट्टा कढ़ दिता, निशानियों ही दस दिती उन्होंने भी संतां दा असली काम की है, असली काम की है। कबीर सेवा को धोए भले, एक संत एक राम, राम जो दाता मुक्त को संत जपावे नाम। जिहड़ा साधु महापुरखां दा असली काम है ना, वो है नाम जपाउणा, वो असली काम है। संत का मार्ग धर्म की पौड़ी, को वड भागी पाए। कोई विरले ही ने बस जेड़े धर्म ते चलते ने, इस पौड़ी नूं पाउंदे ने बस। कोई विरले ने नाम जपाउण वाले, नाम जपाउण वाले। बाबा जी नानकसर बैठे सन, बाबा नानक सिंह जी, बाबा जी दे कोले कोई प्रेमी आया, प्रेमी आया आन के कहन लग्या जी काम बहुत ढिला चलता है, बड़ा औखा है, गरीबी बहुत है, काम होंदा नीगा, शरीर नहीं आखे लगता, तुसी किरपा करो। बाबा नानक सिंह जी बचन कर लगे, वो भलिया किसी बड़े दे लड़ लग जावे, किसी बड़े दे लड़ लग गया, किसी बड़े दा पल्ला पकड़ ला बई। वो कहन लग्या बाबा जी असी तां गरीब होंदे हाँ, सानू गरीबां नूं कौन कोई नेड़े आउण दिंदा, तुसी किरपा करो। बाबा नानक सिंह जी बचन कर लगे, वो भलिया बड़ा कौन है, कौन बड़ा है? बाबा जी ने बचन करया। वो कहन लग्या बाबा जी मन विच सोचदा भी बाबा जी ने पूछा भी बड़ा कौन है, भी इत्थे सरदार आउंदे ने। कहन लग्या जी तुसी किरपा कर दिओ भी साडे ना शहर विच दो सेठ ने, एक अमी चंद एक दुनी चंद, एक अमी चंद एक दुनी चंद। बाबा जी बड़ी माया, किरपा कर दिओ गरीब दा करजा लै जावे, गरीबी निकल जावे। बाबा नानक सिंह जी बचन करन लगे, भलिया तेरी संगत नहीं कीती, असी तैनू पुछया सी कि वड्डा कौन है, कौन वड्डा है भी?
बाबा जी ने इत्थों बैठे सामने सचखंड विच इशारा करिया कि सब ते वड्डा सतगुरु नानक जिन कल राखी मेरी। देखो कैसा कांटा बदलिया, किधरले पासे लिया भी सामने गुरु नानक बैठा बई, प्रगट गुरां की देह, जागदी जोत सतगुरु बैठे ने भी तू गुरु नानक दा पल्ला पकड़ ला, तू गुरु नानक दा सिमरन करिया कर अमृत वेले उठ के। ਜਦੋਂ तू गुरु नानक नूं ध्यावेगा ना, तू सिमरन करेगा, तू गुरु नानक दा करजा मोड़ेगा बई। ਜਦੋਂ तू गुरु नानक दा करजा मोड़ेगा फिर गुरु नानक भी तेरा करजा मोड़ देवेगा। हुण जे कोई कच्चा पिल्ला होर हुंदा ना मेरे वर्गा, वो कह दिंदा भी लिया तेरी सिफारिश पा दूंगा, लै भी तैनूं इन्नी माया मैं दवा दिना, लै भी मैं तेरा आए काम कर दूंगा, भी मैं उहनूं भी कह दूंगा। वेखो दुनियावी सोच, पर ਜਿਹੜੇ नाम ਦੇ ਵਿੱਚ रंगे वे ਹੁੰਦੇ ਨੇ साधु, नाम ਦੇ रंगे वे, वेखो ਉਹਨਾਂ ਨੇ ਗੱਲ नाम ਦੀ ਕਰਨੀ। बाबा जी ने बचन करिया भी ਇੱਥੇ पूर्णमाशी ਤੇ ਅੰਮ੍ਰਿਤ ਛਕਾਇਆ ਜਾਂਦਾ, भी आण के ਅੰਮ੍ਰਿਤ ਛਕ गुरु ਦਾ सिख बन ਸਿੰਘ ਸਜ ਤੇ आपे सतगुरु तेरे कारज सवार देवेगा। सत बचन कहा, पूर्णमाशी ते आया ਅੰਮ੍ਰਿਤ ਛਕ लिया, बहुत किरपा सारे परिवार ने छक लिया। समा पैंदा गया, ਉਹ संगत सेवा करता रहा, आउंदा रहा। ਜਦੋਂ ਕੰਮ ਚੱਲ ਪਿਆ ਨਾ ਵਧੀਆ, 2-3 ਮਹੀਨਿਆਂ ਦੇ ਵਿੱਚ ਘਰ ਵਿੱਚ ਮਾਇਆ ਆਉਣ ਲੱਗੀ, ਸੌਖਾ ਸਾਹ ਆਇਆ ਵੀ ਹਾਂ ਮਾਇਆ ਟਿਕਦੀ ਘਰੇ ਆਉਣ ਲੱਗ ਗਈ, ਬਿਮਾਰੀ ਤੋਂ ਵੀ ਛੁਟਕਾਰਾ ਪੈ ਗਿਆ। ਬੜਾ ਖੁਸ਼ ਹੋਇਆ ਤੇ ਲਿਆ ਕੇ ਦਸਵੰਧ ਲਿਆਇਆ ਬਾਬਾ ਜੀ ਦੇ ਕੋਲੇ। ਵੇਖੋ ਖੁੱਲਾ ਦਾੜਾ, ਕਿਰਪਾਨ ਉੱਤੋਂ ਦੀ ਪਾਈ, ਵਧੀਆ ਸੋਹਣੀ ਦਸਤਾਰ ਬੰਨੀ ਤੇ ਆਣ ਕੇ ਬੈਠਾ। ਬਾਬਾ ਜੀ ਬੈਠੇ ਤੇ ਬਾਬਾ ਜੀ ਨੂੰ ਤਾਂ ਪਤਾ ਹੀ ਸੀ। ਹੁਣ ਬਾਬਾ ਜੀ ਬਚਨ ਕਰਨ ਲੱਗੇ, ਹਾਂ ਗੁਰਮੁਖਾ ਕਿਵੇਂ ਹੈ ਤੇਰੇ ਕਰਜ਼ੇ ਦਾ, ਕਿਵੇਂ ਹੈ ਤੇਰੀ ਗਰੀਬੀ ਦਾ ਬਈ। ਬੜਾ ਖੁਸ਼, ਲਾਲੀਆਂ ਚੜੀਆਂ, ਕਿਉਂ ਕਰਜ਼ਾ ਲੈ ਗਿਆ ਨਾ। ਹੁਣ ਕਰਜ਼ਾ ਵੀ ਇੱਕ ਐਸਾ ਹੈ ਜੀਵ ਦੀ ਉਮਰ ਹੀ ਘਟਾ ਦਿੰਦਾ, ਬਲਕਿ ਜੀਵ ਨੂੰ ਖਤਮ ਹੀ ਕਰ ਦਿੰਦਾ। ਕਰਜ਼ੇ ਐਸਾ ਕਰਜ਼ਾ, ਵੇਖੋ ਹੁਣ ਜਿਹਦਾ ਕਰਜ਼ਾ ਲੈ ਜਾਵੇ ਉਹਨੂੰ ਤਾਂ ਲਾਲੀਆਂ ਚੜ੍ਹਨੀਆਂ, ਉਹ ਤਾਂ ਖੁਸ਼ ਹੁੰਦਾ ਹੀ ਹੈ। ਵੇਖੋ कैसा रंग है संगत दा, बड़ा खुश। बाबा जी कहन लगे भी किमें गरीबी करजे दा। कहन लगे बाबा जी जदों दा बड़ियां दा लड़ फड़िया ना, पल्ला पकड़िया, अमृत छकिया, सिमरन करन लग्या, सेवा करन लग्या, बाबा जी उदों घरों सब गरीबी ही निकल गई, सब करजा ही लह गया। बाबा जी आ किरपा करो, दसवंध लैके आया, हाजरी लवाओ। बाबा जी बचन कर लगे, नहीं भी होर जिन्हां दे लाउणे आ ना, मोड़ने हा करजा, तू सब लाया मोड़िया, ला दे हुण तू करजे सब। वो कहन लग्या जी सब दे ला दिते, मोड़ दिते पैसे मोड़न वाले, हुण तां जी मेरे कोलों वल के पैसे लैके गए ने, हुण तां उन्हां जुम्मे पैसे होए वे ने, उन्हां तो वापस लैणे ने। वेखो किहदी ताकत है, अमृत दी। किस दी पावर है, नाम दी, साधु दे बचनां दी ताकत है, ताकत है। इस करके बहुत वड्डे भाग ने कर्मां दे नाल इस भागा समा आपां नूं मिलिया। हुण हाजरी भरन दा शरीर भी मिलिया, हुण इस शरीर दे नाल लाहा लैण दा हुण समा है, लाहा लैण दा समा है हुण अपने कोले। शरीर मिलिया आपां नूं, बाबा जी बचन करिया करदे ने कि सेवा ते सिमरन करन वास्ते शरीर मिलिया। क्योंकि जानवर बहुत ने, जंगल भरे पए ने। वेखो जंगल भरे पए ने जानवरां दे नाल, जवान है उन्हां दे जीव है, पर लेकिन वो अपने कर्म नहीं बना सकते। कर्म बनते किवें? सेवा ते सिमरन दे नाल। ਜਦੋਂ जीव आण के संगत विच जुड़दा, उहनूं सोझी मिलदी, फिर वो सेवा ते सिमरन संगत वल वधदा, फिर गुरु वल वधदियां ही उसदे चंगे कर्म बनदे ने। उसदे वेखो उहदे कर्मां दे विच फिर वाधा हो जांदा, कर्म बन जांदे ने। फिर वेखो कर्मां च वाधा होंदा। इस करके हे जीव हुण समा है इस शरीर दा, तू हुण लाहा लै वी। हुण लाहा लवेगा, गुरु दे नाल जुड़ेगा, तां तेरा फिर इस मात लोक ते आया दा सफला हो जाएगा। सतगुरु जी बचन करते ने, कह नानक
एहो शरीर परवान हुआ जिन सतगुर स्यों चित लाया। जिन्हां दा चित मन गुरु दे नाल जुड़ गया उन्हां दा आयां दा फिर सफला हो जाता है। सो बहुत वड्डे भाग ने, समा मिलिया कर्मां दे नाल। सो आओ सारे ही आपां धारना दे नाल हाज़री लवाइए, कोई भी रसना वांझी ना रह जाए। पब जल तर जाईदा संता दी संगत करके, पब जल तर जाईदा संता दी संगत करके। पब जल तर जाईदा संता दी संगत करके, पब जल तर जाईदा संता दी संगत करके। पब जल तर जाईदा संता दी संगत करके, पब जल तर जाईदा संता दी संगत करके। पब जल तर जाईदा संता दी संगत करके, पब जल तर जाईदा संता दी संगत करके। संता दी संगत करके, संता दी संगत करके, संता दी संगत करके। संता दी संगत करके, संता दी संगत करके, संता दी संगत करके। संता दी संगत करके, संता दी संगत करके, संता दी संगत करके। संता दी संगत करके, संता दी संगत करके, संता दी संगत करके। पब जल तर जाईदा संता दी संगत करके, पब जल तर जाईदा संता दी संगत करके। पब जल तर जाईदा संता दी संगत करके, पब जल तर जाईदा संता दी संगत करके। संता दी संगत करके, संता दी संगत करके, संता दी संगत करके। संता दी संगत करके, संता दी संगत करके, संता दी संगत करके। संता दी संगत करके, संता दी संगत करके, संता दी संगत करके। संता दी संगत करके, संता दी संगत करके, संता दी संगत करके। पब जल तर जाईदा संता दी संगत करके, पब जल तर जाईदा संता दी संगत करके। पब जल तर जाईदा संता दी संगत करके, पब जल तर जाईदा संता दी संगत करके। पब जल तर जाईदा संता दी संगत करके, पब जल तर जाईदा संता दी संगत करके। पब जल तर जाईदा संता दी संगत करके, पब जल तर जाईदा संता दी संगत करके। पब जल तर जाईदा संता दी संगत करके, पब जल तर जाईदा संता दी संगत करके। पब जल तर जाईदा संता दी संगत करके,
ਪਵ ਜਨ ਤਰ ਜਾਈਦਾ ਸੰਤਾਂ ਦੀ ਸੰਗਤ ਕਰਕੇ 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 ਭਵ ਜਲ ਤਰ ਜਾਈਦਾ ਸੰਤਾਂ ਦੀ ਸੰਗਤ ਕਰਕੇ ਭਵ ਜਲ ਤਰ ਜਾਈਦਾ ਸੰਤਾਂ ਦੀ ਸੰਗਤ ਕਰਕੇ ਪਵ ਜਨ ਤਰ ਜਾਈਦਾ ਸੰਤਾਂ ਦੀ ਸੰਗਤ ਕਰਕੇ ਪਵ ਜਨ ਤਰ ਜਾਈਦਾ ਸੰਤਾਂ ਦੀ ਸੰਗਤ ਕਰਕੇ अंगीकार कियो मेरे करते गुर पूरे की बड़ाई अब चल नीम तरी गुरु नानक नित नित चढ़े सवाई सुनी अरदास स्वामी मेरा सर्व कला बनियाई प्रगट भई सगले जुग अंतर गुरु नानक की बड़ाई। आओ गुरसिख वीर बजुर्ग माई भाई बहुत बड़े भागां वाले हैं। इस टाइम से घोर कलयुग दे विच प्रगट गुरां की दे श्री गुरु नानक साहब पातशाह जागदी जोत गर्मी दे विच दूर दूर तो खिच नाल संगत आई है। बहुत बड़े भागां वाली है संगत जो सतगुरां दी संगत करन आए। प्रगट गुरु नानक दी संगत है। त्रेते च पूजन योग भगवान रामचंद्र आए, द्वापर विच कृष्ण भगवान आए। हुण सोचो कौन आया होया है, हुण कौन साडा लेखा पाड़ूगा, कौन साडी भवजल सागर तो बांह फड़ के पार करू। हुण पहले से निराकार निराकार से कार हो गया, एक से फुरना हुआ, दो चार हो गया, दो चार की गिनती बढ़ी, हजार हो गया, हजारों की बजाय ये संसार हो गया। संसार पापों विषयों बकारों से फंसा, कोर अंधार हो गया। इस अंधार मिटने के लिए कलयुग में बाबा नानक भुल ना जाओ, बंदा भुलनहार है। फिर पढ़ लो कलयुग में बाबा नानक जिसने किया दीदार बस उसी का बेड़ा, जिसने किया सदक उसी का उदा धार हो जाएगा। अज आपां गुरु नानक ते सदक की लोड़ है। इस करके बहुत बड़े भागां वाली संगत है जिन्हां ने गुरु नानक साहब पातशाह दे घोर कलयुग के दरबार विच हारियां भरन दा समा मिलिया। बाबा जी बख्शिश करते सन, जिहदे कर्मां च कोई चीज़ लिखी है उन्होंने वो मिलती है। कईयां बेचारियां दे कर्मां विच दीवान नहीं लिखिया हुंदा, कई आ नहीं सकते। हजूर कहते वो बेचारे क्या करन, जी करदा उन्हां दा इत्थे आउण नूं, पर पेश कौन नहीं जान दिंदा उन्हां दी। वो बेचारे क्या भाग धुर मंदे, उन्हां दे भाग धुरों मंदे है। तुर जिद्दे जन्म लिया उहदा लिखिया नहीं गया।
ਆਪਾਂ ਕਰਮਾਂ ਵਾਲੇ ਆ। ਗੁਰੂ ਸਾਹਿਬ ਦਾ ਦਰਬਾਰ ਆਪਣੇ ਕਰਮਾਂ 'ਚ ਗੁਰੂ ਸਾਹਿਬ ਨੇ ਲਿਖਿਆ, ਤਾਂ ਆਪਾਂ ਇੱਥੇ ਬੈਠੇ ਆ। ਇਸ ਕਰਕੇ ਗੁਰੂ ਸਾਹਿਬ ਨੇ ਮੋਹਰ ਲਾਈ ਹੈ, ਪਾਰ ਬ੍ਰਹਮ ਹੁਆ ਸਹਾਈ। ਕਥਾ ਕੀਰਤਨ ਸੁਖਦਾਈ। ਕਲਯੁਗ ਦੇ ਵਿੱਚ ਜਿੱਥੇ ਬਾਬਾ ਜੀ ਗਏ, ਉੱਥੇ ਆਖਿਆ ਮਰਦਾਨਿਆਂ ਕੀਰਤਨ ਕਰ। ਜਿੱਥੋਂ ਤੱਕ ਕੀਰਤਨ ਦੀ ਆਵਾਜ਼ ਆਵੇਗੀ, ਉੱਥੋਂ ਤੱਕ ਸਾਰੇ ਪਾਪਾਂ ਦਾ ਸਫਾਇਆ ਹੋ ਜਾਵੇਗਾ। ਇਤਿਹਾਸ ਵਿੱਚ ਆਉਂਦਾ ਬਾਬਾ ਜੀ ਨੂੰ ਬੇਨਤੀ ਕੀਤੀ, ਭੁੱਖ ਲੱਗੀ ਹੈ। ਬਾਬਾ ਜੀ ਕਹਿੰਦੇ ਮਰਦਾਨਿਆਂ ਰਵਾਬ ਜਾ, ਤੂੰ ਹੀ ਨਿਰੰਕਾਰ, ਇੱਕ ਤੂੰ ਹੀ ਨਿਰੰਕਾਰ ਆਖਿਆ। ਕੀਰਤਨ ਹੋਇਆ। ਥੋੜੇ ਸਮੇਂ ਅੰਦਰ ਮਰਦਾਨੇ ਨੇ ਫੇਰ ਅਰਜ਼ ਕੀਤੀ, ਹਜੂਰ ਭੁੱਖ ਲੱਗੀ ਹੈ। ਹਜੂਰ ਬਿਸਮਾਦ ਸਮਾਧੀ 'ਚ। ਗੁਰੂ ਜੀ ਕਹਿੰਦੇ ਮਰਦਾਨਿਆਂ ਜੋ ਤੇਰੇ ਮੂਹਰੇ ਛਾਏ ਹੈ ਉਹ ਸ਼ਕਲ। ਮਰਦਾਨੇ ਆਖੇ ਜੀ ਸ਼ਾਇਦ ਤਾਂ ਮੇਰੇ ਮੂਹਰੇ ਕੋਈ ਚੀਜ਼ ਨਹੀਂ ਖਾਣ ਵਾਲੀ। ਘਾਹ ਹੈ, ਘਾਹ ਤਾਂ ਪਸ਼ੂ ਖਾਂਦੇ ਆ। ਹਜੂਰ ਨੇ ਸੁਨਹਿਰੀ ਨੇਤਰ ਖੋਲੇ। ਕਈ ਗੁਰੂ ਸਾਨੂੰ ਵਿਅਕਤੀ ਹੋਈ ਜਾਣਦੇ, ਵਿਅਕਤੀ ਇਹ ਨਹੀਂ ਪਤਾ ਜੋਤ ਹੈ। हरन भरन जा का नेत्र फोर, इसका मंत्र न जाना है होर। गुरु की दृष्टि नूं कोई हरेक जान नहीं सकता। हरेक गुरु जी कहते जिहड़ी चीज़ है छाए छकदा। मरदाने आखे जी मूरे का कहा है। बाबा जी ने दृष्टि खोली, नेत्र खोले। आख्या मरदाने बूटा कहदा। कह लगे जी अक्कां दा अक। गुरु जी ने उंगल की, देखो मेरे पातशाह जी ने। गुरु जी कहते वेख के आ कोई फल लगे उन्होंने। मरदाने आख्या जी उन्होंने कुकड़ियां लगी, अपने अपने कुकड़ी कह देंगे। वो गौरमत में खखड़ियां कह देंगे भी इन्हें खखड़ी लगी है कुकड़ी। बाबा जी कहते मरदाने शगला। मरदाने क्या बाबा जी अख का कौड़ा ही बहुत होंगे, ਉਹਦੇ 'ਚ ਦੁੱਧ ਜ਼ਹਿਰ ਹੁੰਦਾ। ਗੁਰੂ ਜੀ ਕਹਿੰਦੇ ਠੀਕ ਹੈ, ਜਿੱਥੋਂ ਤੱਕ ਕੀਰਤਨ ਦੀ ਆਵਾਜ਼ ਗਈ ਹੈ ਉੱਥੋਂ ਤੱਕ ਸਾਰੀ ਬਨਾਸਪਤੀ ਵਿੱਚ ਰਸ ਭਰਿਆ ਆ। ਉੱਥੋਂ ਤੱਕ ਸਾਰੀ ਬਨਾਸਪਤੀ 'ਚ ਰਸ ਭਰਿਆ ਆ। ਬੰਦੇ ਦਾ ਤਰਦੇ ਵੇਖੇ, ਪਰ ਬਾਬਾ ਜੀ ਕਹਿੰਦੇ किकर कुकड़ियां दे विच भी रस भरिया है। मरदाने सत करतार कह के तोड़ के लिया। मरदाना 4-5 कुकड़ियां तोड़ लिया, 4-5 खखड़ियां तोड़ लिया। बाबा जी के सामने बह गया। बाबा जी कहते मरदाने जिवें अंब चूपी का ना चूपदा, जिमें साड़ी भावना बहुत है नहीं घट है, पर मरदाने की भावना तो बहुत सी। साड़ी दिशा नूं वेख के साड़ी भावना बनाने वास्ते मरदाने नूं कहंदे वेखदा की है। कहने लगा बाबा जी किते रवाब ना पई रह जे, इहदा कौड़ा। मरदाने नूं आख्या मरदाने जीव ला के वेख, जीव ला के।
मर्दाने ने घुट के तली ते थोड़ा जिहा दुध पाया, कुकड़ी खखड़ी का, नाले तो बाबा जी वाल वेंदा इउं ही करिया करो, नाले जीव लाउंदा। टेस्ट करन नूं अज भी सरकार कोले कोई चीज़ नहीं है, जीव वर्गा कोई हजे भी मीटर नहीं बनिया। जिहड़ी टेस्ट करनी है मीटर ना, वो मीटर तो दस दू पर तेरा दिमाग नहीं दसू। ਜਦੋਂ तू जीव ना जी लावेगा उदों दिमाग ते विचों आवाज आऊ भी कौड़ी है, खट्टी है, मिठी है, खा ना। थर्मामीटर तो दस दू बुखार इन्ना, पर वो नंबर वेखे तो पता लगू। पर थर्मामीटर तो बिना जीव दसदी है। देखो की कह रही है, जो मर्दाने ने माड़ी जी जीव लाई ना डरते डरते ने ते अक दे अंब कुकड़ी बिच रस भरिया। मर्दाने ने मत्था टेकिया, सत्कार वजों पासे वे के चार अंब दियां कुकड़ियां नूं चूप गया। अंब वांगू किकर दियां खखड़ियां नूं, अक दियां कुकड़ियां नूं चूप गया ते ढिड दे हथ फेर के कहना चलो बाबा जी जिथे चलना ले चलो। उस टाइम ते भाई बाला भी नाल सी। भाई बाले ने गुरु अंगद साहब दी हजूरी विच साखी विच लिखिया होया है, गुरु साहब दी हजूरी च लिखिया है। कोई भाई बाले ने कल्ले ने बैठ के नहीं कल्पना की, कल्पना की ते इनू मगरों पंजवें पातशाह मौके भाई गुरदास जी ने कवित लिखे। कवित बेरी हेठ गुरु बह गए। आ सुल्तानपुर जाड़ो बेर साहब, बेरी हेठ गुरु बह गए। बेरी भी निहार हो गई, रीठे वाल डिठा, रीठा मिठा होए जाम दा अज वेख लो जाके। अक्कां दियां खखड़ियां भी देख के निहाल होइयां। अंब ते अनार मर्दाना तोड़ खामदा, इउं लिखिया होया। किकरां तो गुरां मठियाइयां चढ़वा दीना, खारा जल चरण छोए मिठा होए जामदा। पशु पंछी ख्याल ना सरवण करो, पशु पंछी प्रेत पत्थर तारे मेरे गुरु नानक ने। बंदा क्यों ना तरे जेड़ा गुरु नानक दी सरन में आउंदा। बंदा किवें नहीं तर सकदा जेड़ा गुरु नानक दी सरन में आउंदा। क्यों फरमान किया पातशाह जी ने, आप तो आए बैठे सरन में। ਉਹਦਾ हजूर कहते भाई गुरदास जी पशु पंछी प्रेत पत्थर तारे बाबे नानक ने। बंदा क्यों ना तरे, आप आए बैठे। बंदा क्यों ना तरे जेड़ा गुरु नानक दी सरन विच आमदा। हजूर दी सरन विच आए बैठे हाँ। सतगुर आयो सरन तुहारी। जो सतगुर की सरन आए आ, पर जेडे नहीं आए उन्होंने बात भी गुरु जी कहेंगे जो सतगुर सरन संगत नहीं आए धरग जी व धरग जी बास। वो ही दुनिया के लोग आ बेचारे, उन्होंने बासा धरग है, उन्होंने जिउना भी धरग है। जिते जाके बसते हो जगह भी धरग है। आप तो गुरु के प्यारे आ, कर्मा वाले आ, इस करके
सतगुरां ने किरपा की है ते अज चौथा दवान ते बचन सुनते हैं रोज दे। गुरमुखा तो कीर्तन, यही कीर्तन मिठा करता है अपन। अजाकां दी गुगड़ियां मिठियां हो जादियां ते आपां क्यों नहीं। मर्यादा बाबा जी दी है, इत्ते किते आप गुरु बन के नहीं बैठा जाता, आप दे ना जोड़िया नहीं जाता। जे आप दे ना जोड़ांगे तो गुरु दे शरीक बनांगे। कित्थे गुरु कित्थे सिख? सिख भी गुरु का शरीक बन सकता, बराबरी कर सकता नहीं। सिख मत, आप तो सारे मत सीखना आ। सब बुद्ध तुम्हारी, पातशाह तेरी बुद्ध, मंदिर छावा तेरे, तद बिन आ देखो आज इतने बैठे मंदिर छावा तेरे। अखा हथ पैर जीभ कन, ये आख्या मंदिर, शरीर नूं मंदिर आख्या। एक तो गुरु जी कहते हर का मंदिर शरीर है, रब दा घर बंदे दा शरीर है। हर का मंदिर शरीर है, काया कोट गढ़। हजूर कहते मेरी एक गढ़ी है, मेरा मोर्चा है। जब मैं धरती से उतर के बहना है, इस शरीर के 10वें द्वार में बहना है। अज तक भी बैठा इस शरीर नूं आके मेरा मंदिर है। हर का मंदिर शरीर है, रब दा घर बंदे दा शरीर है। बंदे दा शरीर बाजे गुरु कृपा करे, बंदा की करे, बंदा किसी महापुरख की संगत में आवे ते महापुरखों की संगत ना रंग चढ़ जाता, चढ़ जाता है। कहते बाबे फरीद दे गुआण बुचड़ रहन लगे। बुचड़ आ गाइयां फड़ के बड्ढण वाले। बाबा फरीद बड़ा अरदास होया। बाबे फरीद ने अरदास की, आख्या हे खुदा, हे वाहिगुरू राम, ਜਾਂ ਤਾਂ ਫਿਰ ਦਿਨ ਚੜ੍ਹਦੇ ਨਾ ਮੈਨੂੰ ਚੱਕ ਲਾ ਤੇ ਜਾਂ ਇਹਨਾਂ ਨੂੰ ਖਤਮ ਕਰ ਦੇ। ਮੈਂ ਆ ਵੇਖਿਓ ਬਹੁਤ ਵਧੀਆ ਵਚਨ, ਮੈਂ ਤਾਂ ਵੇਖੇ ਨਹੀਂ ਜਾਂਦੇ। ਤੇ ਬਾਬੇ ਫਰੀਦ ਨੂੰ ਦਰਸ਼ਨ ਦਿੱਤੇ, ਬੰਦਗੀ ਵਾਲਿਆਂ ਨੂੰ ਦਰਸ਼ਨ ਦਿੰਦਾ ਬਾਬਾ ਫਰੀਦ ਸੀ। आके मेरे भजन च विघन पैंदा, मेरी सुरती चली जाती पुछड़ा च। ये बच्चे फड़ फड़ के बढ़ते हैं गाइयां, जब तो दिन चढ़ते ना मैनू चकला, नहीं फिर इन्हों चकला। ते भगवान ने दर्शन दिते बाबे फरीद नूं। दर्शन दे के बोल के आख्या, की आख्या, फरीदा करनगे सोई भरनगे, तू क्यों पिया अदास। जेड़े करनगे सोई भरनगे, तू क्या पिया अदास। यो आख्या, उठ फरीदा गमन कर, दुनिया देखण जा, मत कोई तेनू महापुरख बख्शिया मिल जावे कि तू भी बख्शिया जा। 3 श्लोक भगवान ने बाबे फरीद नूं दसे। लास्ट की आख्या, भगवान कहंदा फरीदा आप सवारे मैं मिला, अब आपो अपना सवार लो। भगवान बोलते फरीद ना, फरीद दे घरे बुचड़ा दे नाल, घर दे नाल कहते आ फरीदा आप सवारे मैं मिला, मैं मिलिया सुख होए,
ਫਰੀਦਾ ਜੇ ਤੂੰ ਕਿਤੇ ਮੇਰਾ ਬਣ ਜਾਵੇਂ ਨਾ ਤੇ ਸਭ ਜਗ ਤੇਰਾ ਹੋਏ। ਅੱਜ ਸਾਰਾ ਸੰਸਾਰ ਬਾਬੇ ਫਰੀਦ ਦੀ ਬਾਣੀ ਪੜ੍ਹਦਾ। ਵੇਖੋ ਬਾਬੇ ਫਰੀਦ ਦੀ ਬਾਣੀ ਪੜ੍ਹਦਾ ਤੇ ਬਾਬਾ ਫਰੀਦ ਕੀ ਬਣ ਗਿਆ? ਚੰਦਨ ਕਾ ਬੇਰਬਾ ਬਣਾ। ਦੇਖ ਤੇ ਕੀ ਆ ਗਿਆ? ਬਾਬੇ ਫਰੀਦ ਨੂੰ ਗਿਆਨ ਆ ਗਿਆ ਤੇ ਬਾਬੇ ਫਰੀਦ ਨੇ ਮੱਥਾ ਟੇਕਿਆ ਤੇ ਬਾਬਾ ਫਰੀਦ ਸਿਮਰਨ ਵਿੱਚ ਲੱਗ ਗਿਆ। ਬੁੱਚੜ ਦਿਸਣੋਂ ਹਟ ਗਏ। ਸਿਮਰਨ ਕਰਦੇ ਆ ਭਗਵਾਨ ਦੇ ਦਰਸ਼ਨ ਹੁੰਦੇ ਆ, ਦਰਸ਼ਨ। ਤੇ ਫਰੀਦ ਨੇ ਕੀ ਆਖਿਆ? ਉਹ ਵੀ ਚੰਦਨ ਹੋਏ ਗਏ, 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 ਉਹ ਵੀ ਚੰਦਨ ਹੋਏ ਗਏ। ਉਹ ਬਸੇ ਜੋ ਚੰਦਨ ਪਾਸ, ਉਹ ਵੀ ਚੰਦਨ ਹੋਏ ਗਏ, ਉਹ ਵੀ ਚੰਦਨ ਹੋਏ ਗਏ। बसे जो चंदन पास, ओ भी चंदन होए गए, ओ भी चंदन होए गए। बसे जो चंदन पास, ओ भी चंदन होए गए, ओ भी चंदन होए गए। ਆਮ ਦਰਾਤਾਂ ਦੇ ਨਾਲੋਂ ਚੰਦਨ ਵਿੱਚ ਗੁਣ 4 ਵੱਡੇ ਹਨ। ਚੰਦਨ ਦੀ ਲੱਕੜ ਵਿੱਚ ਆਮ ਬੰਦਿਆਂ ਦੇ ਨਾਲੋਂ ਮਹਾਂਪੁਰਖਾਂ ਵਿੱਚ 4 ਗੁਣ ਵੱਡੇ ਹੁੰਦੇ ਆ। 4 ਗੁਣ। ਇੱਕ ਤਾਂ ਖੁਸ਼ਬੂ ਆਉਂਦੀ ਆ ਚੰਦਨ ਦੀ ਲੱਕੜ ਚੋਂ। ਕਿੱਕਰ, ਬੋੜ, ਨਸੂੜਾ, ਜਿੰਨੇ ਵੀ ਬਨਾਸਪਤੀ ਦੇ ਦਰਖਤ ਹੈ, ਦਰਖਤ ਅਣਗਿਣਤ ਹੈ, ਸਾਰਿਆਂ ਤੋਂ ਖੁਸ਼ਬੂ ਨਹੀਂ ਆਉਂਦੀ। ਸਿਰਫ ਚੰਦਨ ਦੀ ਲੱਕੜ ਵਿੱਚੋਂ ਖੁਸ਼ਬੂ ਆਉਂਦੀ ਹੈ। ਤੇ ਦੂਸਰਾ, ਚੰਦਨ ਜਿਹੜਾ ਹੈ, ਚੰਦਨ ਦੇ ਜਦੋਂ ਅੱਗ ਲੱਗਦੀ ਨਾ, ਜੰਗਲ ਜਦੋਂ ਹਨੇਰੀ ਆਉਂਦੀ ਹੈ, ਸਾਰੇ ਦਰਖਤਾਂ 'ਚੋਂ ਅੱਗ ਨਿਕਲਦੀ ਹੈ। ਜਦੋਂ ਬੰਦਾ ਨਾ ਇਕੱਠ ਹੁੰਦਾ, ਲੜਦੇ ਆ, ਉਹਦੇ ਸਭ ਦੇ ਬੰਦਿਆਂ ਦੇ ਅੱਗ ਨਿਕਲਦੀ ਆ। ਕੋਈ ਰੱਬ ਦੀ ਗੱਲ ਨਹੀਂ ਕਰਦਾ। ਜਦੋਂ ਹਨੇਰੀ ਆਉਂਦੀ, ਇਕੱਲਾ ਚੰਦਨ ਆ। ਚੰਦਨ ਜਦੋਂ ਖੈਂਦਾ ਨਾ ਆਪੋ ਵਿੱਚੀ ਆਪਦੇ ਆਪ ਹੀ, ਤੇ ਚੰਦਨ ਦੇ ਵਿੱਚੋਂ ਦੁੱਧ ਨਿਕਲਦਾ। ਦੁੱਧ ਦਾ ਵੀ ਲੇਸ ਨਿਕਲਦਾ, ਲੇਸ ਜਿਵੇਂ ਸੁੱਕਾ ਦੁੱਧ ਹੁੰਦਾ। ਉਹ ਚੰਦਨ ਦਾ ਦੁੱਧ ਨਾ ਭਲਾ ਨਿੰਮ ਕੌੜੀ ਬਹੁਤ ਹੁੰਦੀ ਆ, ਪਰ ਨਿੰਮ ਦੇ ਪੱਤਿਆਂ ਤੇ ਵੀ ਪੈ ਜਾਵੇ ਤੇ ਪੱਤਿਆਂ ਦੇ ਵਿੱਚ ਦੀ ਜੜ ਤੱਕ ਪਹੁੰਚ ਜਾਂਦਾ ਤੇ ਨਿੰਮ ਨੂੰ ਵੀ ਚੰਦਨ ਬਣਾ ਦਿੰਦਾ। ਕੋਈ ਬਾਬਾ ਨੰਦ ਸਿੰਘ ਵਰਗਾ ਮਹਾਂਪੁਰਖ ਹੋਵੇ, ਜਿੰਨੀ ਹਨੇਰੀ ਤੂਫਾਨ ਹੋ, ਉਹਨੂੰ ਅੱਗ ਨਹੀਂ ਲੱਗੂ। ਉਹ ਕੀ ਹੋਊ? ਉਹ ਨਾਮ ਵਾਲੇ ਪਾਸੇ ਲੱਗੂ। ਤੇ ਨਾਮ ਦੇ ਵਿੱਚੋਂ ਕੀ ਆਊ? ਦੁੱਧ। ਤੇ ਦੁੱਧ ਦੇ ਵਿੱਚੋਂ ਕੀ ਆਊ? ਫਿਰ ਲੇਸ। ਤੇ ਜਿਹਦੇ ਤੇ ਉਹ ਲੇਸ ਪੈ ਗਿਆ, ਫਿਰ ਨਿੰਮ ਵੀ, ਆਪਾਂ ਲੋਕ ਵੀ ਚੰਦਨ ਹੀ ਬਣ ਜਾਵਾਂਗੇ। ਇੱਕ ਚੰਦਨ ਜਿੰਨਾ ਸੁੱਕਾ ਹੋਊ, ਜਿੰਨਾ ਚੰਦਨ ਚਿਰਦਾ ਹੋਊ, ਉਹਨਾਂ ਮੁੱਲ ਜ਼ਿਆਦੇ ਪਊ। ਜਿੰਨੀ ਦੂਜੀ ਲੱਕੜ ਦੀ ਦਰਖਤ ਹੈ, ਜਿੰਨੇ ਬੁੱਢੇ ਹੁੰਦੇ ਉਹਨੇ ਬੋਡੇ ਹੁੰਦੇ ਜਾਂਦੇ ਆ। ਸਿਲਤਾਂ ਉੱਡਦੀਆਂ ਬਾਂਸ ਦੀਆਂ, ਦੂਜੇ ਦਰਖਤਾਂ ਨੂੰ ਸਿਉਂ ਖਾ ਜਾਂਦੀ ਹੈ। ਜਿੰਨਾ ਦਰਖਤ ਚੰਦਨ ਦਾ ਪੁਰਾਣਾ ਹੋਊ ਨਾ, ਤੇ
ਉਹਨਾਂ ਬੈਦਾਂ ਨੂੰ ਮੁੱਲ ਜ਼ਿਆਦਾ ਦੇਣਾ ਪੈਂਦਾ। ਪਾਣੀ ਸੁੱਕ ਜਾਂਦਾ, ਕੱਲੀ ਮਹਿਕ ਰਹਿ ਜਾਂਦੀ ਹੈ। ਮਹਿਕ ਜਿੰਨਾ ਸਾਧੂ ਬੁੱਢਾ ਹੁੰਦਾ ਜਾਊਗਾ ਓਨੀ ਸੰਗਤ ਜ਼ਿਆਦਾ ਉਹਨਾਂ ਕੋਲੇ ਆਉਂਦੀ ਜਾਊ, ਓਨੀ ਜ਼ਿਆਦਾ ਆਉਂਦੀ ਜਾਊ। ਆਮ ਬੰਦੇ ਕੋਲੇ ਜਦੋਂ ਬੁੱਢਾ ਹੁੰਦਾ ਕਿਉਂ ਤਾਂ ਸੰਗਤ ਦੂਰ ਜਾਣ ਲੱਗ ਜਾਂਦੀ ਹੈ। ਉਮਰ ਹੋ ਗਈ 70 ਤੇ ਕਹਿੰਦੇ ਸੁੱਕਦਾ ਜਾਂਦਾ ਲੱਕੜ, ਜੇ ਲੱਕੜ ਸੁੱਕਦੀ ਹੈ ਵਿੱਚੋਂ ਕੁਛ ਨਹੀਂ ਨਿਕਲਦਾ। ਉਮਰ ਹੋ ਗਈ 80 ਤੇ ਦੁੱਧ ਨੂੰ ਆਕੇ ਲੱਸੀ। ਦੇਖੋ ਮੱਤ ਚੰਦਨ ਚ ਗੁਣ ਬਹੁਤ ਆ ਤੇ ਹੋਰ ਗੁਣ ਕੀ ਆ ਚੰਦਨ ਦੇ ਵਿੱਚ? ਕਹਿੰਦੇ ਜਿੱਥੇ ਵੀ ਲੀੜੇ ਚ ਲਪੇਟ ਕੇ ਰੱਖ ਦਿਓ ਤੇ ਕਹਿੰਦੇ ਲੀੜਾ ਖੋਲ ਕੇ ਦਿਨ ਚੜ੍ਹਦੇ ਨਾ ਮੂੰਹ ਨੂੰ ਮਲ ਲਓ, ਮੂੰਹ ਤੇ ਵੀ ਮਹਿਕ ਆਉਣ ਲੱਗ ਜਾਂਦੀ। ਕਹਿੰਦੇ ਕਿਸੇ ਸਾਧੂ ਦੇ ਪੈਰ ਧੋ ਲਓ ਤੇ ਤੌਲੀਏ ਨਾਲ ਪੂੰਝ ਕੇ ਮੂੰਹ ਤੇ ਮਲ ਲਓ, ਕਹਿੰਦੇ ਉਹਦੇ ਵੀ ਛਾਈ ਖਤਮ ਹੋ ਜਾਂਦੀ ਚੰਦਨ ਦੇ ਵਿੱਚ। ਐਵੇਂ ਨਹੀਂ ਆਖਿਆ ਗੁਰੂ ਗ੍ਰੰਥ ਸਾਹਿਬ ਚ। ਦੇਖੋ ਇੱਕ ਹੋਰ ਗੁਣ ਹੈ। ਹੁਣ ਤਾਂ ਗਰਮੀ ਹੈ, ਜਿਸ ਬੰਦੇ ਨੂੰ ਬਹੁਤ ਗਰਮੀ ਲੱਗੀ ਹੋਵੇ ਨਾ, ਗਰਮੀ ਲੱਗੀ ਹੋਵੇ ਉਹਨੂੰ ਚੰਦਨ ਦੀ ਲੱਕੜ ਮਿਲ ਜੇ ਨਾ ਥੋੜੀ ਜਿਹੀ, ਉਹ ਰਗੜ ਕੇ ਨਾ ਰੇਤੀ ਦੇ ਨਾਲ ਉਹਦਾ ਬੂਰਾ ਅੱਧਾ ਗਲਾਸ ਪਾਣੀ 'ਚ ਪਾ ਦੇ, ਪਾਣੀ ਦਾ ਗਲਾਸ ਭਰ ਲੈ ਤੇ ਬੂਰਾ ਭਰ ਉਹਦੇ 'ਚ ਛਟਾਕ ਤੇ ਰਾਤ ਨੂੰ ਭਰ ਕੇ ਢੱਕ ਕੇ ਸਰਾਣੇ ਰੱਖ ਦੇਵੇ। ਤੜਕੇ ਪੁਣ ਕੇ ਉਹ ਚੰਦਨ ਦਾ ਪਾਣੀ ਪੀ ਲਵੇ ਨਾ ਤੇ ਸਾਰੀ ਗਰਮੀ ਸਰੀਰ ਚੋਂ ਨਿਕਲ ਜਾਂਦੀ ਹੈ। ਚੰਦਨ ਦੇ ਵਿੱਚ ਗੁਣ ਆ ਰਿਹਾ ਤੇ ਪੂਰਾ ਹੁੰਦਾ ਲੱਕੜਾਂ ਦਾ, ਪਰ ਆ ਕੁਆਂਟਲ ਪੀਲਾ ਗਰਮੀ ਵੱਧਦੇ ਜਾਊ, ਆਪਣੀ ਪਿਸ਼ਾਬ ਹੀ ਬੰਦ ਹੋ, ਨਾੜਾਂ ਹੀ ਬੰਦ ਹੋ ਜਾਣਗੀਆਂ। ਚੰਦਨ ਗਰਮੀ ਕੱਢ ਦਿੰਦਾ। ਸਾਧੂ ਬੰਦੇ ਦੀ ਕਹਿੰਦੇ ਹੰਗਤਾ ਨੂੰ ਮਾਰ ਦਿੰਦਾ ਬੇ ਚੰਦਨ। ਉਹ ਵੀ ਚੰਦਨ ਹੋਏ ਗਏ, 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 ਉਹ ਵੀ ਚੰਦਨ ਹੋਏ ਗਏ। ਦੂਰ ਦੀ ਗੱਲ ਨਹੀਂ 20ਵੀਂ ਸਦੀ। ਬਾਬਾ ਜੀ ਦੁਆਨ 'ਚ ਬੈਠੇ ਸੀ, ਕਿਸੇ ਸੇਠ ਨੇ ਆਣ ਕੇ ਬੇਨਤੀ ਕਰਤੀ ਤੇ ਫੁਰਨਾ ਬਣ ਗਿਆ ਉਹਦਾ। ਬਾਬਾ ਜੀ ਦਾ ਬਚਨ ਪੂਰਾ ਹੋ ਜਾਂਦਾ। ਵੇਖੋ ਮਹਾਂਪੁਰਖ ਦਾ ਬਚਨ ਪੂਰਾ ਹੋ ਜਾਂਦਾ ਤੇ ਗੁਆਂਢੀ ਨੂੰ ਸ਼ਰਾਬ ਨਾ ਦਵਾ ਦਈਏ ਬਾਬੇ ਤੋਂ। ਸ਼ਰਾਬ ਬਾਬਾ ਜੀ ਕੋਲੇ ਆਣ ਕੇ ਬਹਿ ਗਿਆ। ਪੁੰਨਿਆ ਦਾ ਜਾਣਾ ਸੀ, ਰਾਤ ਦਾ 1 ਵਜਿਆ ਸੀ। ਟਿਕੇ ਜੇ ਨਾ, ਬਾਬਾ ਜੀ ਕਹਿੰਦੇ ਗੁਰਮੁਖਾ ਲੋਟ ਹੋ ਕੇ ਬਹਿ ਜਾ। ਕਹਿੰਦੇ ਟਿਕਾਂ ਕਿੱਥੇ, ਤੁਹਾਡੀ ਨਿੰਦਿਆ ਜਰੀ ਨਹੀਂ ਜਾਂਦੀ। ਬਾਬਾ ਜੀ ਕਹਿੰਦੇ ਕੀ ਵਚਨ ਕਰਦਾ? ਕਹਿਣ ਲੱਗਾ ਜੀ ਸਾਡਾ ਗੁਆਂਢੀ ਤੁਹਾਡੀ ਨਿੰਦਿਆ ਬੜੀ ਕਰਦਾ। ਬਾਬਾ ਜੀ ਕਹਿੰਦੇ ਉਹਦਾ ਕਰਮਾਂ ਵਾਲਾ ਬੜਾ, ਉਹਦਾ ਭਾਗਾਂ ਵਾਲਾ। ਕਹਿਣ ਲੱਗਾ ਜੀ ਭਾਗਾਂ ਵਾਲਾ ਕਿਵੇਂ ਹੋ ਸਕਦਾ? ਬਾਬਾ ਜੀ ਕਹਿੰਦੇ ਕਿੰਨੀ ਠੰਡ ਹੈ। ਉਹ ਆਪਦਾ ਘਰੇ ਪਿਆ, ਮੈਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਬੈਠਾ, ਰੱਬੀ ਕੀਰਤਨ ਹੋ ਰਿਹਾ, ਤੂੰ ਮੇਰੇ ਤੇ ਗੁਰੂ ਗ੍ਰੰਥ ਸਾਹਿਬ ਦਾ ਵਿਚਾਲੇ ਲਿਆ ਕੇ ਬੁਹਾਤਾ। ਐਦੂ ਕਰਮਾਂ ਵਾਲਾ ਹੋਰ ਹੋਣਾ? ਉਹਦਾ ਬਹੁਤ ਕਰਮਾਂ ਵਾਲਾ। ਕੀ ਮਹਾਂਪੁਰਖ ਗਰਮੀ ਨਹੀਂ ਕੱਢ ਦਿੰਦੇ? ਉਹਨੂੰ ਤੇੜੀ ਆ ਗਈ। ਲੈ ਵੀ ਜਿਹੜੀ ਗੱਲ ਸੋਚੀ ਸੀ ਉਹ ਬਣੀ ਨਹੀਂ, ਬਣੀ ਨਹੀਂ। ਬਾਬਾ ਜੀ ਕਹਿੰਦੇ ਗੁਰਮੁਖਾ ਗੁਰਮੁਖਾ ਉਹ ਮਹਾਂਪੁਰਖਾਂ ਕੋਲੇ ਆਉਣਾ ਸਿੱਖ ਲਈਏ। ਇਹੋ ਜਿਹੇ ਲਿਫਾਫੇ ਨਾ ਮੱਥਾ ਟੇਕੀਏ ਪ੍ਰਸ਼ਾਦ ਦੇ। ਕਿਸੇ ਦੀ ਸ਼ਿਕਾਇਤ ਨਹੀਂ ਲਾਉਣੀ ਚਾਹੀਦੀ। ਆਪਦੇ ਗੁਨਾਹ ਪਛਾਉਣੇ ਬੜੇ ਵਧੀਆ।
ਬਾਬਾ ਜੀ ਕਹਿੰਦੇ ਆਉਣਾ ਸਿੱਖਣਾ ਆਉਣਾ। ਬਾਬਾ ਜੀ ਕਹਿੰਦੇ ਨਿੰਦਕ ਤਾਂ ਬਖਸ਼ਿਆ ਗਿਆ ਪਰ ਚੁਗਲੀ ਖੋਰ ਰਹਿ ਗਿਆ। ਉਹਨੇ ਵੇਖਿਆ ਸੰਗਤ ਬੈਠੀ ਹੈ, ਚੁਗਲੀ ਖੋਰ ਕੌਣ ਹੈ? ਸੰਗਤ ਦਾ ਸਾਰੀ ਬੋਲਦੀ ਧਾਰਨ ਤੇ ਪੁਰਨਾ ਬਣਿਆ ਮੈਂ ਹੀ ਆ ਨਾ। ਅੱਖਾਂ 'ਚੋਂ ਪਾਣੀ ਆ ਗਿਆ, ਲੰਮਾ ਹੀ ਪੈ ਗਿਆ। ਕਹਿ ਲਗਾ ਜੀ ਬਖਸ਼ਿਓ। ਬਾਬਾ ਜੀ ਕਹਿੰਦੇ ਮੈਂ ਤਾਂ ਕੁਛ ਨਹੀਂ ਕਿਹਾ। ਕਹਿੰਦਾ ਮੈਂ ਤਾਂ ਅਖਵਾਉਂਦਾ ਸੀ ਤੁਹਾਡਾ ਸ਼ਰਧਾਲੂ ਆ ਪਰ ਚੁਗਲੀ ਖੋਰੀ ਮੈਂ ਆ। ਬਾਬਾ ਜੀ ਕਹਿੰਦੇ ਮੈਂ ਫਿਰ ਕੱਢ ਦੇ। ਅੱਜ ਧੰਨ ਬਾਬਾ ਨਾਨਕ ਤੂੰ ਹੀ ਤੂੰ ਕਰਦਾ ਜਾ, ਤੇਰੀ ਮੈਂ ਮਰ ਦੂ। ਮੈਂ ਮੇਰੀ ਨੂੰ ਮਾਰ ਦੇ, ਮੁੰਜੋ ਨਿੱਕਾ ਕੁੱਟ, ਮਨ ਭਾਵੇ ਤਾਂ ਸਹਿਬ ਦੇ ਤੇ ਭਰੇ ਖਜ਼ਾਨੇ। ਇਉਂ ਆਖਿਆ। ਉਹ ਟਾਈਮ ਤੇ ਸਾਧ ਸੰਗਤ ਬਾਬਾ ਜੀ ਨੇ ਕਿਰਪਾ ਕੀਤੀ ਤੇ ਤੂੰ ਹੀ ਬਾਬਾ ਨਾਨਕ ਤੂੰ ਹੀ ਕਰਦਾ ਗਿਆ। ਆਇਆ ਕਿਵੇਂ ਤੇ ਚੰਦਨ ਦੇ ਨਾਲ ਜੁੜ ਗਿਆ। ਉਹ ਵੀ ਸਾਧੂ ਹੋਏ ਗਏ, 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 ਉਹ ਵੀ ਸਾਧੂ ਹੋਏ ਗਏ। ਬਸੇ ਜੋ ਸਾਧੂ ਪਾਸ, ਉਹ ਵੀ ਸਾਧੂ ਹੋਏ ਗਏ, ਉਹ ਵੀ ਸਾਧੂ ਹੋਏ ਗਏ। ਬਸੇ ਜੋ ਸਾਧੂ ਪਾਸ, ਉਹ ਵੀ ਸਾਧੂ ਹੋਏ ਗਏ, ਉਹ ਵੀ ਸਾਧੂ ਹੋਏ ਗਏ। ਬਸੇ ਜੋ ਸਾਧੂ ਪਾਸ, ਉਹ ਵੀ ਸਾਧੂ ਹੋਏ ਗਏ, ਉਹ ਵੀ ਸਾਧੂ ਹੋਏ ਗਏ। ਸਾਧੂਆਂ ਦੇ ਪਾਸ ਵਸਦੇ ਨਾ ਭਲਾ ਨਮ ਹੋਵੇ, ਨਮ ਭਾਵੇਂ ਕਈ ਜਨਮਾਂ ਦੀ ਮੈਲ ਲੱਗੀ ਹੋਵੇ ਪਰ ਕਿਹੜਾ ਸਾਧੂ ਕੋਲੇ ਬਸੇ ਸਹੀ, ਬਸੇ ਸੇਵਾ ਸਿਮਰਨ ਕਰੇ ਸਹੀ। ਕਹਿੰਦੇ ਉਹਦੇ ਤੇ ਵੀ ਦ੍ਰਿਸ਼ਟੀ ਪੈ ਜਾਂਦੀ ਹੈ ਸਾਧੂ ਦੀ, ਤੇ ਸਾਧੂ ਪਰ ਆਪਣੇ ਵਰਗਾ ਬਣਾ ਲੈਂਦਾ। ਨਿੰਮ ਨੂੰ ਚੰਦਨ ਆਪਣੇ ਵਰਗਾ ਬਣਾ ਲੈਂਦਾ। ਕੀ ਆਖਿਆ? ਆਪ ਸਵਾਰੇ ਮੈਂ ਮਿਲਾ ਪ੍ਰੀਤਾ, ਮੈਂ ਮਿਲਿਆ ਸੁਖ ਹੋਏ। ਜੇ ਤੂੰ, ਜੇ ਆਪਾਂ ਸਾਰੇ ਉਹਦਾ ਤੂੰ ਸ਼ਬਦ ਲਿਖਿਆ, ਜੇ ਮੈਂ ਲਿਖ ਦਿੰਦੇ ਤਾਂ ਮੈਂ ਕਹਿਣਾ ਜੇ ਮੈਂ ਨਾ, ਉਹ ਤੁਹਾਨੂੰ ਸਾਨੂੰ ਉਪਦੇਸ਼ ਹੈ, ਤੁਹਾਨੂੰ ਸਾਰਿਆਂ ਨੂੰ ਮੇਰੇ ਮਨ ਨੂੰ ਆ। ਜੇ ਤੂੰ ਮੇਰਾ ਹੋ ਰਹੇ ਨਾ ਕਿਤੇ, ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਹੋਏ। ਤਰੀਕਾ ਇੱਕੋ ਹੀ ਹੈ ਗੁਰੂ ਦੇ ਬਣਨ ਦਾ, ਵੀ ਮੋਹਰ ਲਾਓ। ਅੰਬਰ ਛਕ ਕੇ ਗੁਰੂ ਵਾਲੇ ਬਣਨ ਦਾ ਸਰੀਰ ਹੈ। 84 ਲੱਖ ਸਰੀਰ ਨਹੀਂ ਹੈ, ਹੁਣ ਮਿਲਿਆ। ਪੰਥ ਦੇ ਬਾਲੀ ਪਿਤਾ ਦਸ਼ਮੇਸ਼ ਵੇਖੋ ਆਨੰਦਪੁਰ ਸਾਹਿਬ ਦਾ ਘੇਰਾ ਤੋੜਿਆ। ਇਹ ਅੰਮ੍ਰਿਤ ਕੋਈ ਐਵੇਂ ਜਿਹੀ ਗੱਲ ਨਹੀਂ ਹੈ। ਆਨੰਦਪੁਰ ਸਾਹਿਬ ਦਾ ਘੇਰਾ ਤੋੜਿਆ 9 ਮਹੀਨੇ ਦਾ। ਜਦੋਂ ਤੁਰੇ ਤਾਂ ਕੀਰਤਪੁਰ ਦਾ ਘੇਰਾ ਪੈ ਗਿਆ। ਕੀਰਤਪੁਰ ਘੇਰਾ ਤੋੜਿਆ ਜਿੱਥੇ ਫੁੱਲ ਪੈਂਦੇ ਪਤਾਲਪੁਰੀ, ਉੱਥੋਂ ਦਾ ਘੇਰਾ ਤੋੜਿਆ। ਤੜਕੇ 3 ਵਜੇ ਸਰਸਾ ਦਾ ਘੇਰਾ ਪੈ ਗਿਆ। ਤੁਹਾਨੂੰ ਪਤਾ ਹੀ ਹੈ, ਉਧਰ ਘੇਰਾ ਪਿਆ, ਉਧਰ ਕੀਰਤਨ ਹੋ ਰਿਹਾ। ਆਸਾ ਦੀ ਵਾਰ ਦਾ ਅੱਜ ਪਿੰਡਾਂ 'ਚ ਆਸਾ ਦੀ ਵਾਰ ਖਤਮ ਹੋ ਗਈ ਤੇ ਅਸੀਂ 40 ਸਾਲ ਦੇ ਸੋਟੀ ਨਾਲ ਤੁਰਨ ਲੱਗਦੇ ਜਾਂਦੇ ਆ। ਆਸਾ ਦੀ ਵਾਰ, ਉਹਦਾ ਨਾਂ ਲਿਖਿਆ ਆਸਾ। ਜਿਹੜਾ ਆਸਾ ਦੀ ਵਾਰ ਚੜਦਾ ਨਾ, ਸਾਡੇ ਅੱਖੀ ਵਰਤਮਾਨ ਆ, ਉਹ ਮਹਾਂਪੁਰਸ਼ ਬਣ ਜਾਂਦਾ।
ਆਸਾ ਪੂਰੀ ਹੋ ਜਾਂਦੀ ਹੈ, ਜਨਮ ਹੀ ਖਤਮ ਹੋ ਜਾਂਦੇ ਆ। ਆਸਾ ਜੀ ਦੀ ਬਾਰ, ਦਰਗਾਹ ਦਾ 10ਵੇਂ ਦੁਆਰ ਦਾ ਬਾਰ ਖੁੱਲ ਜਾਂਦਾ, ਉਹਦਾ ਤਾਂ ਨਾਂ ਰੱਖਿਆ ਆਸਾ ਦੀ ਬਾਰ, ਆਸਾ ਪੂਰੀ ਕਰਨ ਦੀ ਬਾਰ। ਭਾਈ ਦਿਆਸ ਨੇ ਆਖਿਆ ਪਾਤਸ਼ਾਹ ਤਿੰਨ ਪਾਸੇ ਟਿੱਡੀ ਟਿੱਡੀ ਦਲ ਦਾ ਘੇਰਾ ਪੈ ਗਿਆ, ਇੱਥੇ ਆਸਾ ਦੀ ਬਾਰ ਲਾ ਰਹੇ ਆ, ਸਿਰਫ 1500 ਚ 250 ਸੂਰਮਾ ਰਹਿ ਗਿਆ, 250 ਜੰਗ ਕਰ ਰਿਹਾ ਤੇ ਮੂਹਰੇ ਪਾਣੀ ਠਾਠਾ ਮਾਰਦਾ ਸਰਸਾ। ਗੁਰੂ ਜੀ ਕਹਿੰਦੇ ਭਾਈ ਦਿਆਸਿਆ ਆਸਾ ਦੀ ਬਾਰ ਮੇਰੀ ਨਹੀਂ ਬੱਧੀ, ਮੇਰੇ ਬਾਬੇ ਵੇਖੋ ਤਾਂ ਯਾਦ ਕਰੋ ਬਾਬੇ ਨਾਨਕ ਨੂੰ, ਸਰਸਾ ਦੇ ਕਿਨਾਰੇ ਤੇ ਭਾਈ ਦਿਆਸ ਨੂੰ ਕਹਿੰਦੀ ਆ ਮੇਰੇ ਬਾਬੇ ਗੁਰੂ ਨਾਨਕ ਦਾ ਟਾਈਮ ਬੱਧਾ ਆਸਾ ਦੀ ਵਾਰ ਦਾ। ਇਉਂ ਆਖਿਆ ਟਾਈਮ ਬੱਧਾ, ਜੇ ਭਾਈ ਦਿਆਸ ਇੱਥੇ ਆਸਾ ਦੀ ਬਾਰ ਨਹੀਂ ਲੱਗੀ ਤੇ ਮੇਰੀ ਆਸਾ ਨਹੀਂ ਪੂਰੀ ਹੋਣੀ। ਇਉਂ ਆਖਿਆ ਤੇ ਜਦੋਂ ਆਸਾ ਦੀ ਬਾਰ ਲੱਗ ਗਈ, ਭਾਈ ਦਿਆਸ ਨੇ ਆਖਿਆ ਭਾਈ ਸਾਹਿਬ 250 ਹੋਰ ਸ਼ਹੀਦ ਹੋ ਗਿਆ 2.5 ਘੰਟਿਆਂ ਚ, ਇੰਨਾ ਜੰਗ ਤੇਜ, ਰਾਤ ਦਾ ਟਾਈਮ, ਉਧਰ ਆਸਾ ਦੀ ਬਾਰ। ਅੱਜ ਤੱਕ ਕੁਛ ਵੀ ਨਹੀਂ, 100 ਫੁੱਟ ਪਾਣੀ ਤਾਂ ਤੋਂ ਹੁੰਦਾ, ਨਹਾਉਣ ਵਾਲਾ ਕੋਲੇ ਆ, ਰਸੋਈ ਕੋਲੇ, ਲੈਟਰਨ ਕੋਲੇ ਆ, ਬਹਿ ਹੀ ਜਾਣਾ। ਜੇ ਹੁਣ ਆਸਾ ਦੀ ਬਾਰ ਚ ਪਿੰਡਾਂ ਚ ਨਾ ਕੀਰਤਨ ਹੋਏ ਤੇ ਦੱਸੋ ਕੀ ਹਾਲ ਹੋਊਗਾ। ਆਪਣੇ ਘਰ ਚ ਹੁੰਦਾ, ਬਾਬਾ ਜੀ ਦੇ ਠਾਠਾਂ ਵਿੱਚ ਹੁੰਦਾ, ਕਿਉਂ ਪ੍ਰਸ਼ਾਦਾ ਆ ਜਾਂਦਾ ਆਸਾ ਦੀ ਬਾਰ ਦੇ ਨਾਲ, ਕਿਉਂ ਮਰਜ਼ਾਦਾ ਤੇ ਪਹਿਰਾ ਹੈ, ਮਰਜ਼ਾਦਾ ਤੇ ਜਨਮ ਲੈਣ ਤੋਂ ਲੈ ਕੇ ਨਾ ਮਰਨ ਤੱਕ ਬੰਦੇ ਦੇ ਕਰਮਾਂ ਚ 3.5 ਸੇਰ ਰਾਸਣ ਲਿਖਿਆ, ਜਨਮ ਤੋਂ ਮਰਨ ਤੱਕ 3.5 ਸੇਰ ਰਾਸਣ ਖਾਣਾ ਇਹਨੇ, ਸਰਬ ਰਾਸਣ, ਰੋਟੀ, ਚਾਹ, ਦੁੱਧ, ਦਾਲ, ਸਬਜ਼ੀ, 3.5 ਸੇਰ ਦੇ ਨਾਲ ਸੇਰ ਜਾਨੀ 1.25 ਕਿਲੋ, 1.5 ਕਿਲੋ ਲੈ ਨੂੰ ਇੱਕ ਵੇਲੇ ਦਾ 1.5 ਕਿਲੋ ਰਾਸ਼ਨ ਮਿਲ ਹੀ ਜਾਣਾ, ਇਹਦੇ ਕਰਮਾਂ 'ਚ ਲਿਖਿਆ। ਤੇ ਇੰਨਾ ਹੀ ਮਿਲਣਾ, ਜਿੱਦੇ ਮਰਿਆ ਕਿੰਨੇ ਸਾਧਨ ਕਰਦੇ ਹੁਣ ਅਸੀਂ, ਕੋਈ ਟੈਂਪੂ ਚਲਾਉਂਦਾ, ਕੋਈ ਟਰਾਲਾ ਚਲਾਉਂਦਾ, ਕੋਈ ਕਨੇਡਾ ਜਾਂਦਾ, ਕੋਈ ਕਿਤੇ ਜਾਂਦਾ, ਕਿਤੇ ਜਾਂਦਾ, ਵੇਖੋ ਤੇ ਪੱਲੇ 3.5 ਸੇਰ ਰਾਸਣੀ ਪੈਣਾ, ਇਹਦਾ ਲਿਖਿਆ ਹੋਇਆ। ਜੀਓ ਬਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ, ਪਹਿਨਣ ਖਾਣ, ਆਪਣੇ ਦਾਸ ਕੀ ਰੋਜੀ ਉਹਨੇ ਸਭ ਨੂੰ ਦੇਣੀ ਆ, ਰੋਜੀ ਤਾਂ ਝੁੱਗੀ ਵਾਲੇ ਨੂੰ ਵੀ ਦੇਈ ਜਾਂਦਾ। ਆ ਝੁੱਗੀ ਵਾਲੇ ਜਿਹੜੇ ਇੱਥੇ ਤੱਕ ਕਹਿੰਦੇ ਰੋਜੀ ਤਾਂ ਪਾਪੀ ਨੂੰ ਵੀ ਦੇਣੀ ਉਹਨੇ, ਤੇ ਰੋਜੀ ਦੀ ਖਾਤਰ ਆਸਾ ਦੀ ਬਾਰ ਕਥਾ ਕੀਰਤਨ ਪਾਠ ਪੂਜਾ ਅਸੀਂ ਛੱਡੀ ਬੈਠੇ ਆ, ਛੱਡੀ ਬੈਠੇ ਆ। ਕਿੰਨੀਆਂ ਕਿੰਨੀਆਂ ਮੱਝਾਂ, ਕਿੰਨਾ ਕਿੰਨਾ ਸਾਧ ਸੰਤ, ਟਰੱਕ ਟਰਾਲੀਆਂ, ਹੋਰ ਟੈਂਪੂ, ਕਿੰਨੀ ਪੈਲੀ, ਕਿੰਨਾ ਕੁਛ ਕਰੀ ਜਾਂਦੇ ਆ, ਬੁੱਢੇ ਹੋ ਜਾਂਦੇ ਆ, ਮਰ ਜਾਂਦੇ ਆ, ਨਾਲ ਜਾਣ ਵਾਲੀ ਕੋਈ ਚੀਜ਼ ਨਹੀਂ। ਅੱਜ ਦੇ ਸਵਾਦ ਦੇ 3.5 ਸੇਰ ਰਾਸਣੀ ਪੈਣਾ, ਇਹਨੂੰ ਮਿਲਣਾ, ਉਹਦੇ ਨਾਲ ਚੱਲਣਾ, ਹੋਰ ਕੁਛ ਨਹੀਂ ਜਾਣਨ ਵਾਲਾ। ਗੱਡੀ ਆ, ਗੱਡੀ 'ਚ ਤੇਲ ਪਾ ਲਓ, ਗੱਡੀ ਨੂੰ ਤੇਲ ਦਾ ਹੀ ਲਾਭ ਹੈ, ਪਹਿਲਾਂ ਪੂਰੇ ਰੱਖ ਲਓ, ਚਾਹੇ ਡੱਬੇ ਰੱਖ ਲਓ, ਚਾਹੇ ਜਲੇਬੀਆਂ ਰੱਖ ਲਓ, ਗੱਡੀ ਨੂੰ ਕੋਈ ਉਹਦਾ ਤਰਵਾਸ ਨਹੀਂ ਹੈ, ਗੱਡੀ ਨੇ ਕੁਛ ਨਹੀਂ ਖਾਣਾ, ਉਹਦਾ ਗੱਡੀ ਦਾ ਜ਼ੋਰ ਲੱਗਣਾ। ਜਿੰਨਾ ਤੁਸੀਂ ਸਮਾਨ ਇਹਦੇ ਵਿੱਚ ਸਾਂਭੋਗੇ, ਆਹ ਸਾਂਭ ਲਓ, ਆਹ ਸਾਂਭ ਲਓ, ਉਹਨਾਂ ਤੁਹਾਡਾ ਜ਼ੋਰ ਲੱਗਣਾ।
ਉਹਨਾਂ ਤੁਹਾਡਾ ਤੇਲ ਬਚਣਾ, ਉਹਨੀ ਭੁੱਖ ਜ਼ਿਆਦਾ ਲੱਗਣੀ ਹੈ। ਦੇਖੋ ਇਸ ਕਰਕੇ ਸਾਧ ਸੰਗਤ ਗੁਰੂ ਜੀ ਨੇ ਆਨੰਦਪੁਰ ਦਾ ਘੇਰਾ ਭੁੱਖੜ ਭਾਣੇ ਲਾਇਆ ਤੇ ਗੁਰੂ ਸਾਹਿਬ ਨੇ ਸਰਸੇ ਦਾ ਘੇਰਾ ਤੋੜਿਆ। ਪੰਥ ਦੇ ਬਾਣੀ ਨੇ ਘੇਰਾ ਤੋੜਿਆ ਤੇ 250 ਸ਼ਹੀਦ ਹੋ ਗਿਆ। ਭਾਈ ਦਿਆਸ ਨੇ ਕਿਹਾ ਗੁਰੂ ਜੀ ਟਿੱਡੀ ਦਲ ਮਾਰੋ ਮਾਰ ਕਰਦਾ ਹੁੰਦਾ, 250 ਸ਼ਹੀਦ ਹੋ ਗਿਆ, 250 ਹੀ ਬਚਿਆ। ਜੇ ਕਿਤੇ ਗਾਹ ਲੰਘ ਜਾਂਦੇ ਕਿਤੇ ਨਮੇਕਲੀ ਜਗ੍ਹਾ ਤੇ ਆਸਾ ਦੀ ਵਾਰ ਲਾ ਲੈਂਦੇ, ਦਿਨ ਚੜੇ, ਪਰ ਦਿਨ ਚੜੇ ਸਾਡੀ ਆਸਾ ਦੀ ਵਾਰ ਹੋ ਗਈ ਹੈ। ਤੇ ਕੀ ਆਖਿਆ ਗੁਰੂ ਸਾਹਿਬ ਕਹਿੰਦੇ ਭਾਈ ਦਿਆਸਿਆ ਤੈਨੂੰ ਭੁਲੇਖਾ, ਤੂੰ ਤੇ ਮੈਂ ਜਿਹੜਾ 250 ਬਚਿਆ ਇੱਥੇ ਅੰਤ ਦਾ ਬਿਸਲ ਵੱਜ ਜਾਣਾ ਸੀਗਾ। ਅੰਤ ਦਾ ਇਹ ਆਸਾ ਦੀ ਮਾਰ ਦੀਆਂ ਬਰਕਤਾਂ, ਜਿਹੜਾ 250 ਬਚਿਆ ਤੇ ਕੀ ਆਖਿਆ ਵੱਡੇ ਕੀਆਂ ਬੜੀ ਆਈਆਂ। ਆਸਾ ਦੀ ਵਾਰ ਦੀ ਸਮਾਪਤੀ ਕਰਦੇ ਆ। ਹੈਰਾਨ ਵਾਲੀ ਗੱਲ ਹੈ, ਸਾਡੇ ਮੂੰਹ ਤੋਂ ਖਤਮ ਹੀ ਹੋ ਗਿਆ। ਵੱਡੇ ਕੀਆਂ ਬੜੀ ਆਈਆਂ, ਕੁਛ ਕਹਿਣਾ ਕਹਿਣ ਨਾ ਜਾਏ। ਵੱਡੇ ਦੀਆਂ ਬੜਾਈਆਂ ਕਰਿਆ ਕਰੋ, ਕੁਛ ਕਹਿਣਾ ਕਹਿਣ ਨਾ ਜਾਏ। ਇੰਨੀ ਵਡਿਆਈ ਦੀ ਕੀਮਤ ਆ ਵੱਡੇ ਦੀ, ਕੁਛ ਕਹਿਣ ਤੋਂ ਬਾਹਰ ਹੀ ਹੈ। ਜਿਹੜਾ ਵਡਿਆਈ ਕਰਦਾ ਉਹਦੀ ਵਡਿਆਈ ਕਰਨ ਤੋਂ ਬਾਹਰ ਹੈ। ਵੱਡੇ ਕੀਆਂ ਬੜੀਆਂ ਕੁਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦ ਕਰੀਮ ਦੇ ਜੀਆਂ ਰਿਜ਼ਕ ਸਵਾਏ। ਜਿਹੜਾ ਤੇਰੇ ਕਰਮ ਦੇ ਲਿਖਿਆ ਨਾ ਦੁੱਗਣਾ ਬਣ ਜਾਂਦਾ, ਦੁੱਗਣਾ ਸਵਾਇਆ ਜੀਆਂ ਰਿਜ਼ਕ ਸਵਾਏ। ਸਾਈਂ ਕਾਰ ਕਰਾਵਣੀ ਧੁਰ ਛੋਡੀ ਤਿੰਨਾ ਪਾਏ। ਸਾਈਂ ਦੀ ਕਾਰ ਦੱਸੀ ਹੋਈ ਕਰੀ ਧੁਰ ਛੋਡੀ ਤਿੰਨਾ ਪਾਏ। ਇਹੋ ਆਖੇ ਨਾਨਕ ਕੀ ਬਾਹਰੀ ਦੂਜੀ ਨਹੀਂ ਜਾਏ, ਸੋ ਕਰੇ ਜੋ ਕਰਦਾ ਸੋ ਤਿਸੇ ਰਜਾਏ। ਇਉਂ ਕਹਿ ਕੇ ਆਖੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਰਬੱਤ ਦਾ ਭਲਾ ਕਹਿ ਕੇ 250 ਨਾਲ ਲੈ ਕੇ ਸਰਸਾ 'ਚ ਵੜ ਗਏ। ਸਰਸਾ ਪਾਰ ਕੀਤਾ, ਹਜੂਰ ਗੜੀ ਜਾਂਦੇ ਆ, ਰਸਤੇ 'ਚ ਵੀ ਜੰਗ ਹੁੰਦੇ ਰਹੇ। ਚਮਕੌਰ ਗੜੀ ਪਹੁੰਚ ਗਏ। ਆਪਾਂ ਨੂੰ ਪਤਾ ਹੀ ਹੈ, ਚਲੋ ਇਤਿਹਾਸ ਵੱਡਾ, ਸਮੇਂ ਦੀ ਸਕੋਚ ਹੈ। ਘੇਰਾ ਗੜੀ ਦਾ ਵੀ ਤੋੜਿਆ। ਹੈਰਾਨ ਵਾਲੀ ਗੱਲ ਹੈ, ਔਰੰਗਜ਼ੇਬ ਨੇ 1.25 ਲੱਖ ਭੇਜਿਆ ਸੀ ਤੇ 4 ਚੁਫੇਰੇ 10 ਲੱਖ ਇਕੱਠਾ ਹੋਇਆ ਸੀ ਗੜੀ ਚਮਕੌਰ ਨੂੰ ਘੇਰਾ ਪਾਉਣ ਵਾਸਤੇ। ਕਿਉਂ? ਔਰੰਗਜ਼ੇਬ ਦਾ ਸੀ ਵੀ ਗੁਰੂ ਸਾਹਿਬ ਨੂੰ ਜਿਉਂਦੇ ਨੂੰ ਪਕੜ ਕੇ ਲਿਆਓ, ਫੜ ਕੇ ਲਿਆਓ ਜਿਉਂਦੇ ਨੂੰ। ਤੇ ਜੇ ਜਿਉਂਦੇ ਨੂੰ ਕੋਈ ਫੜ ਕੇ ਲਿਆਇਆ ਨਾ ਤੇ ਮੈਂ ਉਹਨੂੰ ਆਪਦਾ ਵਜ਼ੀਰ ਵੱਡਾ ਬਣਾ ਲੂੰ। ਮੈਂ ਬੁੱਢਾ ਹੋ ਗਿਆ, ਮੈਂ ਆਪਣੀ ਗੱਦੀ ਦੇ ਦੂੰ। ਜਿਹੜਾ 10ਵੇਂ ਪਾਤਸ਼ਾਹ ਨੂੰ ਜਿਉਂਦਿਆਂ ਫੜ ਕੇ ਲਿਆਇਆ, ਹੋਰ ਸਭ ਚੀਜ਼ਾਂ ਫੜ ਸਕਦੇ ਆ। ਤੇ ਸੂਰਜ ਨੂੰ ਕੋਈ ਫੜ ਸਕਦਾ? ਸੂਰਜ ਨੂੰ, ਸੂਰਜ ਤਾਂ 150 ਕਿਲੋਮੀਟਰ ਸੂਰਜ ਵੱਲ ਨੂੰ ਤੂੰ ਤੁਰ ਪਾ, 1000 ਕਿਲੋਮੀਟਰ ਰਾਹ ਤੇਰਾ ਬੈਂਗਣ ਬਣਾ ਦੂ। ਬੈਂਗਣ ਉਹਦਾ ਭੜਥਾ ਕਰ ਦੂ, ਉਹਦਾ ਸਾਰਾ ਤਬਾਹੀ ਢਾ ਦੀ। ਸੂਰਜ ਵੱਲ ਨੂੰ ਤੁਰਿਆ ਬਿੰਬਜੀਤ ਦਾ। ਸਾਡਾ ਗੁਰੂ ਸੂਰਜ ਹੈ। ਆ ਮੁਕਤਸਰ ਦਾ ਘੇਰਾ ਤੋੜਿਆ, ਕੋਟਕਪੂਰੇ ਦਾ ਘੇਰਾ ਤੋੜਿਆ। ਇੰਨੇ ਘੇਰੇ ਤੋੜਦੇ ਹੋਏ ਅੱਜ ਸੱਚਖੰਡ ਵਸੇ ਨਿਰੰਕਾਰ ਹਜ਼ੂਰ ਸਾਹਿਬ ਬੈਠਾ ਨਾ ਸੱਚਖੰਡ ਵਿੱਚ ਬੈਠਾ। ਦੋ ਹੀ ਗੱਲਾਂ ਗੁਰੂ ਦੀਆਂ। ਕੇਸਗੜ੍ਹ ਆਖਿਆ
ਅੰਬਰ ਛਕੋ ਪਹਿਲਾਂ, ਉੱਥੇ ਜਾ ਕੇ ਗੁਰਗੱਦੀ ਦੇਤੀ ਵੀ ਅੰਬਰ ਛਕ ਕੇ ਗੁਰੂ ਦਾ ਸੇਵਕ ਬਣ ਕੇ ਗੁਰਗੱਦੀ ਨੂੰ ਮੰਨੋ, ਗੁਰੂ ਗ੍ਰੰਥ ਸਾਹਿਬ ਨੂੰ ਮੰਨੋ। ਦੇਖੋ ਭਾਈ ਡੱਲੇ ਨੇ ਦਮਦਮਾ ਸਾਹਿਬ ਹਜੂਰ ਕੋਲੇ 500 ਦੀ ਰਸਤ ਰੱਖੀ, 550 ਦਾ ਕੜਾਹ ਪ੍ਰਸ਼ਾਦ ਰੱਖਿਆ। ਕਹਿਣ ਲੱਗਾ ਗੁਰੂ ਜੀ ਮਹੀਨਾ ਰਹੋ, 6 ਮਹੀਨੇ ਰਹੋ, 2 ਸਾਲ ਰਹੋ, ਪੱਕੇ ਹੀ ਰਹੋ, पर मेरे खजाने च रास्ता आया करूगी, मेरे खजाने चो। गुरु साहब फरमान लगे, गुरु जी कहते पातशाह सच्चे पातशाह कहते भाई ढलिया जे तू रास्ता मंजूर करनी है ना तो गुरु वाला बन जाओ। उन्हें आखा जी उंज सिखा मैं तुहाडा। गुरु जी कहते उंज किवें? कह लगा जो मर्जी वेख लियो, जो मर्जी जमा लियो, जो मर्जी इम्तिहान कर लियो। एक जलंधर तो रफल वाला आ गया, रफल लैके ऐ भाई डल्ले ना मच्छर कर दिया। उन्हें आखा हजूर मंजूर करो, पची जी सेवा लोहार दौड़े च बल हो तो तीर चलता है, ये खास माड़ा बंदा भी घोड़ा नप के फैर कर दिंदा। गुरु जी वेख के कहते मिस्त्रिया चौंकली तो बहुत है, चलती किवें है, मार किवें है? डल्ला बोल बैठा। डल्ला कहने लगा जी हुणे वेख लो चला के मेरा किन्नी क मार कर दी है। हजूर हस के कहते डलिया मार कित्थे करिए, कित्थे चलाइए? हजूर किक्कर दे थल्ले बैठे जी। उन्हें आखा जी ओ किक्कर ते कां बैठा, कां दे ठोको। हजूर हस पे। गुरु जी कहते जो वजीदा ना जी ओदी फौज है साफ ते बकरे खाधे हुए आ, बकरे मास ना पड़े हुए है। मैं कामा कुत्तियां दे नाल घुगियां गटारां नाल जंग नहीं करना आया, मेरा किसी ना बैर नहीं, मेरा बैर है जुल्म दे नाल। वजीदा मेरी निगाह थल्ले हजे आया नीगा, इउं आख्या वो है जुल्मी। वजीदा दी फौज ना 2 हत्थ करन वाले रहिंदे आ। डल्ले ने आख्या जो मर्जी जमा लियो। गुरु जी कहते आए कर तेनू फिर जमावांगे, पहला आपदे तवेले चो आपदे फौज के बंदे लेके आ। चलिया डल्ले एक गल सुन ला, जे मेरी गोली तन नाल शहीद हो गया ना तेनू सोने की पार्की सचखंड जाना विखा दूंगा, विखा दूंगा। ते डल्ला सासंत गया तवेले च जाके कहने लगा ना भी गुरु जी ने रबर परखनी है, कोई छाती दे विच गोली खाओ तो मैं सारी उम्र का पैसा उहदे परिवार नूं दूंगा देऊंगा। तो गुरु जी कहने सचखंड जाड़ूगा। मरदा किहड़ा सप दा बहुत डरदा मरन तो, सप नाले मरे तो बिना दी गति हुंदी नहीं, जे मार दी ना फिर गति हुंदी है, पर सब गति होने तो भी मरदा डरदा। ते बंदा कित्थे मर के राजी है? दुनिया सुहावा बाग बड़ा औखा छड्डना। बड़े बड़े ऋषि मुनि तुरे फिरदे थे, प्रेत बने फिरदे है। ये दुनिया सुहावा बाग एक दिन छड्ड चलना, कितना जोर ला लो छड्ड चलना। पर की आख्या जदों गुरु साहब ने डल्ले ने आख्या हजूर कोई तैयार नहीं है,
ਕੋਈ ਨਹੀਂ ਆਉਂਦਾ। ਗੁਰੂ ਜੀ ਕਹਿੰਦੇ ਬਸ ਹੁਣ ਫਿਰ ਜਵਾਬ ਡੱਲੇ ਨੇ ਆਖਿਆ ਜਿਹੜਾ ਬੱਸ ਦੀ ਗੱਲ ਨਹੀਂ। ਗੁਰੂ ਜੀ ਕਹਿੰਦੇ ਬੱਸ ਦੀ ਗੱਲ ਕਹਿੰਦੇ ਤੂੰ ਹੋ ਸਾਹਮਣੇ। ਗੋਲੀ ਆਈ, ਡੱਲੇ ਲਿਆ ਤੈਨੂੰ ਸੱਚਖੰਡ ਪਹੁੰਚਾਈਏ। ਉਹਦਾ ਜਿਹੜਾ ਪਰਚਾ ਪੈਂਦਾ ਨਾ, ਇਹ ਗੱਲ ਯਾਦ ਕਰਿਓ, ਪਹਿਲਾ ਬੰਦਾ ਮੱਥਾ ਟੇਕਦਾ ਤੇ ਜਦੋਂ ਪਰਚਾ ਪੈਂਦਾ ਨਾ ਨਕਸ਼ਾ ਹੀ ਬਦਲ ਜਾਂਦਾ। ਤੇ ਡੱਲਾ ਪਹਿਲਾਂ ਮੱਥਾ ਟੇਕਦਾ, ਵਿਛਾਈ ਕੀਤੀ ਸੀ, ਲਿਆਂਦਾ ਸੀ ਵੀ ਇੱਥੇ ਰੱਖਣਾ। ਜਦੋਂ ਪਰਚਾ ਪਿਆ ਨਾ, ਆਪਦੇ ਆਪ ਨੂੰ ਕਹਿੰਦਾ ਓਏ ਡੱਲਿਆ ਤੂੰ ਤਾਂ ਕਸੂਤਾ ਫਸ ਗਿਆ, ਇਹਨੂੰ ਲਿਆ ਕੇ। ਇਹ ਤਾਂ ਆਪਣੇ ਪੁੱਤਰਾਂ ਦਾ ਨਹੀਂ ਬਣਿਆ, ਥਾਪੜੇ ਦੇ ਦੇ ਕੇ ਗੜੀ ਚਮਕੌਰ ਚ ਕੱਢੇ, ਤੂੰ ਕਿਹੜਾ ਪਾਣੀ ਹਾਰਾ। ਨਕਸ਼ਾ ਬਦਲ ਗਿਆ। ਡੱਲਾ ਥਰ-ਥਰਾ ਕਰਕੇ ਕੰਬਣ ਲੱਗਾ, ਕਹਿਣ ਲੱਗਾ ਗੁਰੂ ਜੀ ਇੱਥੇ 4 ਹਾਥੀ ਹੈ ਮੇਰੇ ਕੋਲ, 4 ਹਾਥੀ, ਮੇਰੇ ਕੋਲ ਬਹੁਤ ਫੌਜ ਹੈ, ਸਾਰਾ ਕੁਛ ਉੱਜੜ ਜੂ ਜੇ ਮੈਂ ਮਰ ਜਾਊਂ। ਗੁਰੂ ਜੀ ਕਹਿੰਦੇ ਡੱਲਿਆ ਦੁਨੀਆ ਯਾਦ ਕਰੂ ਤੇਰੀਆਂ 12 ਗਾਊ, 12 ਗਾਊ। ਤੇ ਸਾਸ ਡੱਲਾ ਨਹੀਂ ਬੋਲਿਆ। ਡੱਲੇ ਨੇ ਆਖਿਆ ਬਖਸ਼ੋ ਜੀ ਬਖਸ਼ਨਹਾਰ, ਮੈਨੂੰ ਮਰਨਾ ਔਖਾ ਹੈ। ਇਹ ਗੁਰੂ ਜੀ ਕਹਿੰਦੇ ਚੰਗਾ ਐਂ ਕਰ, ਸਾਡੇ ਅੰਮ੍ਰਿਤਧਾਰੀ ਤਵੇਲੇ ਵਿੱਚੋਂ ਸਿੱਖਾਂ ਨੂੰ ਲੈ ਕੇ ਆ। ਡੱਲਾ ਭੱਜਿਆ, ਜਦੋਂ ਆਵਾਜ਼ ਦਿੱਤੀ 1 ਨਹੀਂ 2 ਨਹੀਂ 3 ਨਹੀਂ, ਲੈਣ ਲੱਗੀ ਲੈਣ। ਡੱਲੇ ਨੇ ਮੂੰਹ ਜੁਗਣਾ ਮਾਰੀਆਂ। ਹਜੂਰ ਨੇ ਗੋਲੀ ਚਲਾਤੀ, ਸੀਸ ਦੇ ਉੱਤੋਂ ਦੀ ਰਬਰ ਕੱਢਤੀ, ਗੋਲੀ ਕੱਢਤੀ, ਰਬਰ ਸੱਟ ਕੇ ਆਸਣ ਤੋਂ ਉਤਰ ਕੇ ਬੁੱਕਲ ਵਿੱਚ ਲੈ ਲਿਆ। ਬੁੱਕਲ ਵਿੱਚ ਲੈ ਕੇ ਗੁਰੂ ਜੀ ਕਹਿੰਦੇ ਡੱਲਿਆ ਇਹਨੇ ਪੁੱਤਰ ਕੇ ਸੀਸ ਪਰ बार दिए सत 4 4 मुए का क्या हुआ जीवित कही। आ मेरा खालसा जड़ी मेरी गोली के मूहरे नचदा, आख्या आ मेरा खालसा। टलिया जे तू अज अंबर छकिया हुंदा ना गुरु वाला हुंदा ते मौत ने तेरे मूहरे गोडे टेक जाने सी। अज तू मौत तो डरदा, मौत माया, माया माया, बंदा माया चलाउण तो डरदा, मैं मुक गई ऐ हुंदा। इस करके सब बंदा मन तो ते मौत तो ते माया तो डरदा। उस टाइम ते साथ संगत डल्ले ने फिर बेनती की, गुरु जी कृपा करो पीड़ी जी ना थां दे दियो। गुरु जी कहते डल्ले तेरे वास्ते सूई दे नक्के जिन्ना भी थां है नहीं। क्यों? गुरु जी कहते तू नूरा है। डल्ले जे तू गुरु वाला बन जे ना तो गुरु जी कहते जिमें इत्थे मिले ना मैं सचखंड विच भी मिलूंगा। अज मिलता है अपन उत्थे हजूर साहब जाके वेख लो, साडा पिता मिलता है देखो। तो उस टाइम डल्ले ने फिर अंबर छकिया, छक के अंमृत शाम का दवान सजिया होया सी। डल्ला नाल अपने फौजियों ने भी अंबर छकाया। ऐ आसन ते बैठे सी 10वें पातशाह दमदमा साहब धरती ते। डल्ले नूं आउंदे नूं वेख के 6.5 फुट सी डल्ला, ते आउंदे नूं वेख के दाड़ा खुला, गात्रा पाया। जे गधे बन गए गात्रा कित्थे पाओगे? पालियां पा लांगे। देखो जे बल्द बन गए गात्रा कित्थे? हुण टाइम है, 5 ककार पहनण दा शरीर है, हुण देर नहीं करनी चाहिए। मस्या ते अंबर छकाया जाता है, 5वें दिन दोनों च भी तैयार होंदा है। पर संगत फिरोजपुर की बहुत प्यारी है। मस्या हर मस्या एतबार हारी भरते हैं। मेरा बाबा जी की सिख संगत बहुत जुड़िया लखा
ਇਹ ਅੰਮ੍ਰਿਤ ਦੀ ਤੇ ਗੁਰੂ ਦੀ ਵਡਿਆਈ ਦੀ ਪਾਵਰ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ। ਉੱਥੇ ਸਾਧ ਸੰਗਤ ਅੱਜ ਭਾਈ ਡੱਲਾ ਬਹੁਤ ਸੋਹਣਾ ਲੱਗਿਆ। ਬਣ ਜਾਓ ਸੋਹਣੇ, ਕੀ ਨੂਰੇ ਬਣਨਾ, ਹੁਣ ਬਣ ਜਾਓ ਗੁਰੂ ਵਾਲੇ, ਸੋਹਣੇ ਲੱਗੀਏ। ਹਜੂਰ ਸਾਹਿਬ ਜਾਈਏ, ਗੁਰੂ ਸਾਹਿਬ ਨੂੰ ਸੋਹਣੇ ਲੱਗੀਏ, ਆਪਾਂ ਸੋਹਣੇ ਲੱਗੀਏ। ਤੇ ਸਤਿਗੁਰ ਆਸਣ ਤੋਂ ਉੱਠ ਖੜੇ, ਉੱਠ ਕੇ ਡੱਲੇ ਨੂੰ ਇੱਥੇ ਵਿਚਾਲੇ ਮਿਲੇ। ਡੱਲੇ ਨੂੰ ਕੀ ਆਖਿਆ? ਡੱਲਿਆ ਤੂੰ ਧੰਨ ਹੈ, ਮੇਰੇ ਆਖੇ ਲਾ ਕੇ ਤੂੰ ਅੰਮ੍ਰਿਤ ਛਕ ਲਿਆ। ਇਉਂ ਆਖਿਆ। ਡੱਲਿਆ ਜਿਵੇਂ ਇੱਥੇ ਮਿਲਿਆ ਨਾ, ਇਵੇਂ ਸੱਚਖੰਡ ਵਿੱਚ ਵੀ ਮਿਲੂੰਗਾ, ਇਉਂ ਆਖਿਆ। ਤੇ ਕੀ ਆਖਿਆ? ਡੱਲਿਆ ਤੂੰ ਪੀੜੀ ਜਿੰਨਾ ਥਾਂ ਮੰਗਿਆ ਸੀ। ਗੁਰੂ ਜੀ ਕਹਿੰਦੇ ਜੇ ਜਨਮ ਲੈਣਾ ਪਿਆ ਨਾ ਤੈਨੂੰ, ਗੁਰੂ ਜੀ ਕਹਿੰਦੇ ਇੱਕ ਮਰਲਾ, ਦੋ ਮਰਲੇ, ਚਾਰ ਕਨਾਲਾਂ ਥਾਂ ਨਹੀਂ ਤੈਨੂੰ ਮਿਲੂ। ਤੈਨੂੰ ਦਰਗਾਹ ਵਿੱਚ ਖੁੱਲੇ ਦਰਵਾਜ਼ੇ ਹੋਣਗੇ, ਖੁੱਲੇ ਬਾਰ ਹੋਣਗੇ ਤੇਰੇ ਵਾਸਤੇ। ਅੱਜ ਦਮਦਮਾ ਸਾਹਿਬ, ਤਖਤ ਸਾਹਿਬ ਦੇ ਨਾਮ ਪੈੜੀ ਬਹੁਤ ਆ, ਪਰ ਨਾਂ ਡੱਲੇ ਦਾ ਚੱਲਦਾ। ਇਉਂ ਆਖਿਆ। ਹਜੂਰ ਕਹਿੰਦੇ ਡੱਲਿਆ ਸਾਲ ਹੋ ਗਿਆ ਤੈਨੂੰ ਕਹਿੰਦੇ ਨੂੰ, ਮੇਰੇ ਘਰੇ ਚੱਲੋ। ਗੁਰੂ ਜੀ ਕਹਿੰਦੇ ਅਸੀਂ ਗਏ ਨਹੀਂ, ਤੂੰ ਨੁਗਰਾ ਕਰਕੇ ਚੱਲ ਡੱਲਿਆ, ਅੱਜ ਤੇਰੇ ਘਰੇ ਚੱਲਦੇ ਹਾਂ। ਭਾਈ ਡੱਲੇ ਦੇ ਘਰੇ ਚਲੇ ਗਏ ਅੰਮ੍ਰਿਤ ਛਕੇ ਤੋਂ। ਜੇ ਆਪਣੇ ਘਰੇ ਨਹੀਂ ਜਾਣਾ ਨਾ, ਹਿਰਦੇ 'ਚ ਨਹੀਂ ਜਾਣਾ ਪੰਥ ਦੇ ਬਾਣੀ ਨੂੰ, ਤੇ ਅੰਮ੍ਰਿਤ ਛਕ ਲਓ, ਗੁਰੂ ਵਾਲੇ ਬਣ ਜਾਓ। ਹੁਣ ਟਾਈਮ ਹੈ, ਇਹ ਘਰ ਹੈ, ਘਰ ਬਾਰ ਤੇਰਾ ਪ੍ਰਭਾਸਾ। ਤੂੰ ਜਨ ਕਾ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ, ਆਪਣੇ ਨਾਮ ਜਪੋ ਹਰ ਰੰਗ। ਉੱਥੇ ਅੰਮ੍ਰਿਤ ਵੰਡੀਏ, ਸੁਖੀ ਹਰ ਕਰਨੇ। ਅੰਮ੍ਰਿਤ ਉੱਥੇ ਹੀ ਪ੍ਰਚਾਰ ਹੁੰਦਾ ਜਿੱਥੇ ਸੁਖੀ ਕਰਨ ਆਉਂਦੇ ਆ। ਮਹਾਂਪੁਰਖ ਸੁਖੀ ਕਰਨ ਵਾਸਤੇ ਹੁੰਦੇ ਆ। ਉੱਥੇ ਸਾਧ ਸੰਗਤ ਭਾਈ ਡੱਲੇ ਦੇ ਘਰੇ ਗਏ। ਹਜੂਰ ਨੇ ਆਪਣੇ ਬਸਤਰ ਦਿੱਤੇ, ਭਾਈ ਡੱਲੇ ਨੂੰ ਕਟਾਰ ਦਿੱਤੀ, ਕਟਾਰ। ਭਾਈ ਡੱਲੇ ਦੇ ਘਰੇ ਸਮਾਨ ਪਿਆ, ਹਜੂਰ ਦਾ ਪਵਿੱਤਰ ਦ੍ਰਿਸ਼ਟੀ ਨਾਲ ਦਸਤਾਰ, ਗੁਰੂ ਜੀ ਦੇ ਬਸਤਰ ਸਾਰੇ ਪਏ ਆ। ਤੇ ਥਾਪੀ ਦੇ ਕੇ ਡੱਲਿਆ, ਜਿੱਥੇ ਤਖਤ ਸਾਹਿਬ ਦਮਦਮਾ ਨਮਸਕਾਰ ਹੁੰਦੀ, ਉੱਥੇ ਤੇਰੀ ਦੇਹੜੀ ਤੇ ਵੀ ਦੁਨੀਆ ਮੱਥਾ ਟੇਕਿਆ ਕਰੇ। ਤੂੰ ਅੱਜ ਤਾਂ ਡੱਲਾ ਨਹੀਂ ਰਿਹਾ, ਤੂੰ ਡੱਲਾ ਸਿੰਘ ਬਣ ਗਿਆ, ਅੱਜ ਸ਼ੇਰ ਬਣ ਗਿਆ। ਆਓ ਭਾਈ ਭਾਈ ਇੱਕ ਦੂਜੇ ਬੰਦੇ ਨੂੰ ਪ੍ਰੇਰੋ। ਇੱਥੇ ਕਈਆਂ ਨੇ ਬਹੁਤ ਸੋਹਣੇ ਦਾੜੇ ਰੱਖੇ ਆ, ਜੀ ਕਰਦਾ ਵੀ ਖੱਲੀ ਵਿਛਾ ਦਈਏ ਥੱਲੇ, ਸੱਚ ਜਾਣੋ। ਤੇ ਨਗੋਰੇ ਦਾ ਦਰਸ਼ਨ ਕਰਨਾ ਪਾਪ ਹੈ। ਹੁਣ ਆਪਾਂ ਨੂੰ ਸਮਾਂ ਮਿਲਿਆ, ਮਾਈ ਭਾਈ ਇੱਕ ਦੂਜੇ ਨੂੰ ਪ੍ਰੇਰ ਕੇ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਪਹਿਰਾ ਦਿਓ ਬਚਨਾਂ ਤੇ। ਜਪਜੀ ਸਾਹਿਬ ਪਹਿਲੀ ਪੌੜੀ, ਮਾਈਆਂ ਬੀਬੀਆਂ ਬੜੇ ਪਿਆਰੇ ਬਹੁਤ ਪ੍ਰਸ਼ਾਦੇ ਦੀ ਸੇਵਾ ਕਰਦੀਆਂ, ਮਾਈਆਂ ਕਰਮਾਂ ਵਾਲੀਆਂ। ਤੇ ਬਹੁਤ ਕਿਰਪਾ ਫਿਰੋਜ਼ਪੁਰ ਸ਼ਹਿਰ ਸੰਗਤਾਂ ਦੇ, ਇਲਾਕੇ ਦੀਆਂ ਸੰਗਤਾਂ ਦੂਰ ਦੂਰ ਤੋਂ ਚੱਲ ਕੇ ਆਈਆਂ, 100 ਕਿਲੋਮੀਟਰ ਤੋਂ ਆਈਆਂ, 150 ਕਿਲੋਮੀਟਰ। ਆ ਗੁਰਮ ਪਿਆਰੇ ਆਇਆ, ਖਿੱਚ ਨਹੀਂ ਆਇਆ। ਸੁਲਤਾਨਪੁਰ ਕਿੰਨੀ ਵਾਟ, ਇਹ ਗੁਰੂ ਸਾਹਿਬ ਦੀ ਕਿਰਪਾ ਹੀ ਹੈ ਵੀ ਸੁਲਤਾਨਪੁਰ ਤੋਂ ਸੰਗਤ ਕੌਣ ਭੇਜਦਾ, ਇਹ ਆਪ ਤਾਂ ਨਹੀਂ ਆਏ, ਇਹਨਾਂ ਨੂੰ ਬਾਬਾ ਨਾਨਕ ਜੀ ਲੈ ਕੇ ਆਏ। ਮਿਹਰ ਦੀ ਗੱਲ ਹੈ। ਲੁਧਿਆਣੇ ਤੋਂ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਗੁਰੂ ਰਾਮਦਾਸ, ਇਹ ਸਾਰੀ ਕਿਰਪਾ ਸੰਤ ਮੰਡਲੀ ਸਾਰੀ ਇਕੱਠੀ ਹੋਈ ਆ, ਆਪਾਂ ਸਾਰੇ ਇਕੱਠੇ ਹੋਏ ਆ। ਏਕ ਪਿਤਾ ਏਕ ਸਖਿਆ ਮਾਰਕ, ਤੂੰ ਮੇਰਾ ਗੁਰਹਾਈ। ਪਹਿਰਾ ਦਿਓ ਬਚਨਾਂ ਦਾ, ਕਮਾਈ ਕਰਾਂਗੇ, ਕੀ ਮਿਲੇਗਾ? ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਪ੍ਰਭ ਆਪੇ ਮੇਲੇ।
भाई शिक्षण लास्ट दवाना ते धारना पढ़ाया करते सन। बाबा जी हाजर बैठे है, बाबा जी नूं असीं अपने बाबा जी नूं नाल ही रखीदा। बाबा जी नाल ही आउंदे ते नाल ही जांदे आ। जिथे जाइए जगत में ते हर साईं, मेरा साईं मेरे नाल रहिंदा है। इस करके बाबा जी दी मेहर दा सदका बाबा जी आप धारना लवाया करते, बड़े खुश होया करते सन। ये मिलना कलगियां वाले नूं, ये मिलना बाजा वाले नूं, जे मिलने कलगियां वाले नूं, जे मिलने बाजा वाले नूं, मिलने कलगियां वाले नूं, जे मिलने बाजा वाले नूं, मिलना कलगियां वाले नूं, ये मिलना बाजा वाले नूं, जे मिलने कलगियां वाले नूं, जे मिलने बाजा वाले नूं, मिलने कलगियां वाले नूं, जे मिलने बाजा वाले नूं, खंडा दा अमृत पीना, ये मिलना कलगियां वाले नूं, ये मिलना बाजा वाले नूं, खंडे दा अमृत पी ले, जे मिलने कलगियां वाले नूं, जे मिलने बाजा वाले नूं, अमृत पी ले, जे मिलने कलगियां वाले नूं, जे मिलने बाजा वाले नूं, जे मिलने कलगियां वाले नूं, जे मिलने बाजा वाले नूं, जे मिलने कलगियां वाले नूं, मिलने बाजा वाले नूं, मिलने कलगियां वाले नूं, जे मिलने बाजा वाले नूं, जे मिलने कलगियां वाले नूं, मिलने बाजा वाले नूं, संतन मोको पूंजी सौंपी, तो उतरिया मन का तो खारा, धर्म राय अब कहाँ करे गो, धर्म राय अब कहाँ करे गो, जो फाटे ओ सगरो लेखा, मिल गए संत प्यारे लेखा पाट गया, मिल गए बाबा जी प्यारे लेखा पाट गया, मिल गए संत प्यारे लेखा पाट गया, मिल गए बाबा जी प्यारे लेखा पाट गया, 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 धर्मराज वाला लेखा लेखा पाट गया, धर्मराज वाला लेखा लेखा पाट गया, मिल गए संत प्यारे लेखा पाट गया, धर्मराज वाला लेखा लेखा पाट गया, मिल गए संत प्यारे लेखा पाट गया, धर्मराज वाला लेखा लेखा पाट गया। श्री वाहिगुरु जी राम कली महला तीजा, आनंद एक ओंकार सतगुर प्रसाद, आनंद पया मेरी माए सतगुरु मैं पाया, सतगुर तो पाया सहज सेती मन वधिया ਵਧਾਈਆਂ, राग रतन परिवार परिया शब्द गावने आईया, गो हरि केरा मन जिनी वसाया, नानक आनंद हुआ सतगुरु मैं पाया, ए मन मेरिया तू सदा रोहर नाले, हो तो मन मेरे दुख सब विसारना, अंगीकारो करे तेरा कारज सब सवारना, अगला समर्थ स्वामी सो क्यों मनो विसारे, कहे नानक मन मेरे सदा रोहर नाले, साचे साहिबा क्या नहीं करते रहे, करता तेरा सब कुछ है जिस ते
सलाह तेरी नाम मन वसावे। नाम जिनके मन सिया वाजे शब्द कहे। नानक सच्चे साहिब क्या नाही कर तेरा साचा नाम मेरा आधारो। साच नाम आधार मेरा जिन भुखा सब पाया। सुख मनाए वसिया जिने इच्छा सब बुझाइया। सदा कुर्बान की ताब मिटा जिसदियां वडियाइयां। नानक सुनो संतो शब्द तरहो प्यारो साचा नाम मेरा आधारो वाजे। पंच शब्द ते कर सुपागे शब्द वाजे कदाचित करता जिया। तुद वास कीते काल कंटक मारिया। करम पाया तुझ जिन का से नाम हर के लागे।